ਉਹਨਾਂ ਦੇ ਰੱਸਾ ਪਾਉਣ ਦਾ ਕੀ ਮਤਲਬ ਬਣਿਆ? ਜਦੋਂ ਮਿਲਟਰੀ ਨੇ ਸਰਚ ਆਪਰੇਸ਼ਨ ਕੀਤਾ ਵਾ, ਇਹਨਾਂ ਸ਼ਾਇਦ ਉੱਥੇ ਆਂਦੇ ਆ ਕਿ ਇਹਨਾਂ ਨੇ ਮਤਲਬ ਕਿ ਅੱਗੋਂ ਰਿਵਾਲਵਰ ਜਾਂ ਕੋਈ ਹੈਗਾ ਸੀ, ਇਹਨਾਂ ਕੋਈ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਤੇ ਉੱਥੇ ਹੀ ਫੌਜ ਨੇ ਇਹ ਦੋਵਾਂ ਬੀਬੀਆਂ ਨੂੰ ਉੱਥੇ ਮਾਰਤਾ। ਫੌਜ ਨੇ ਤੁਹਾਨੂੰ ਕੋਈ ਆਪਸ਼ਨ ਵੀ ਦਿੱਤੀ ਸੀ ਵੀ ਜੇ ਛੱਡ ਕੇ ਜਾਣਾ ਚਾਹੁੰਦੇ ਹੋ ਹੱਥ ਖੜੇ ਕਰਕੇ ਨਿਕਲ ਜਾਓ? ਪਰਿਕਰਮਾ ਦੇ ਵਿੱਚ ਉਹ ਬਖਤਰਬੰਦ ਗੱਡੀ ਗਈ ਸਭ ਤੋਂ ਪਹਿਲੋਂ, ਉਹਦੇ ਟਾਇਰ ਡਾ ਦਿੱਤੇ ਗਏ, ਉਹ ਨਕਾਰਾ ਹੋ ਗਈ। ਫਿਰ ਤਿੰਨ ਟੈਂਕ ਅੰਦਰ ਗਏ। ਗੁਰੂ ਅਰਜਨ ਦੇਵ ਸਰਾਂ ਤੋਂ ਗੁਰੂ ਰਾਮਦਾਸ ਸਰਾਂ, ਗੁਰੂ ਨਾਨਕ ਨਿਵਾਸ, ਇਹ ਜਿਹੜਾ ਮੰਜੀ ਹਾਲ ਲੰਗਰ ਦੇ ਵਿੱਚ 14 ਟੈਂਕ ਸਨ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ, ਕਿਸੇ ਨਾ ਕਿਸੇ ਸ਼ਖਸੀਅਤ ਨੂੰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਣਾ ਵਾਂ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇੱਕ ਵਿਚਾਰ ਚੱਲ ਰਹੀ ਹੈ, ਜੂਨ 1984 ਵੇਲੇ ਕੀ ਵਾਪਰਿਆ, ਕੌਣ ਸੀ, ਕਿੱਥੇ ਕਿੱਥੇ ਸੀ। ਮੇਰੇ ਨਾਲ ਹੁੰਦੇ ਨੇ ਬਾਬਾ ਭਗਵਾਨ ਸਿੰਘ ਜੀ ਕਾਰ ਸੇਵਾ ਵਾਲੇ। ਆਓ ਤਿੰਨਾਂ ਦੇ ਨਾਲ ਅੱਜ ਫਿਰ ਗੱਲਬਾਤ ਕਰਦੇ ਆ। ਟੈਂਕੀ ਵਾਲੇ ਮੋਰਚੇ ਦੀ ਗੱਲ ਕਰਾਂਗੇ। ਇਹ ਕਹਿੰਦੇ ਸੀ ਵੀ ਅਸੀਂ 40 ਬੰਦੇ ਆਏ ਸਾਂ, ਕੌਣ ਕੌਣ ਕਿੱਥੇ ਕਿੱਥੇ ਸ਼ਹੀਦ ਹੋਇਆ, ਇਹ ਸਾਰੇ ਮਾਮਲਿਆਂ ਦੀ ਆਪਾਂ ਜਾਣਕਾਰੀ ਲੈਣੇ ਆ। ਉਹਦੇ ਵਿੱਚ ਆਪਣੇ ਆਪ ਹੀ ਆ ਜਾਣਾ 1 ਜੂਨ ਤੋਂ ਲੈ ਕੇ 7 ਜੂਨ ਤੱਕ ਕੀ ਕੁਝ ਵਾਪਰਿਆ। ਆਓ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਵੱਲੋਂ ਬਾਬਾ ਭਗਵਾਨ ਸਿੰਘ ਜੀ ਦਾ ਪ੍ਰੋਗਰਾਮ ਵਿੱਚ ਸਵਾਗਤ ਕਰਦਾ ਮੈਂ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ, ਜਦੋਂ ਤੁਸੀਂ ਗੱਲ ਕਰਦੇ ਹੋ ਕਿ 84 ਬਾਰੇ ਸਾਥੋਂ ਇੱਕ ਇੱਕ ਜਾਣਕਾਰੀ ਲਓ, ਸਾਨੂੰ ਪਤਾ ਕੌਣ ਕੌਣ ਕਿੱਥੇ ਕਿੱਥੇ ਸੀ। ਤੁਹਾਡੇ ਨਾਲ ਜਿਹੜੇ ਤੁਸੀਂ ਕਹਿੰਦੇ ਵੀ ਅਸੀਂ 35-40 ਜਣੇ ਆਏ ਸਾਂ ਹਜੂਰ ਸਾਹਿਬ ਤੋਂ, ਉਹ ਕਿੱਥੇ ਕਿੱਥੇ ਸ਼ਹੀਦ ਹੋਏ? ਤੁਸੀਂ ਕਿਉਂਕਿ ਵੇਰਵਾ ਦਿੰਦੇ ਹੋ ਵੀ ਸਾਡੇ ਬਹੁਤ ਜ਼ਿਆਦਾ ਬੰਦੇ ਸ਼ਹਾਦਤਾਂ ਪ੍ਰਾਪਤ ਕਰ ਗਏ, ਤੁਸੀਂ ਕਿਉਂ ਨਹੀਂ ਸ਼ਹੀਦ ਹੋਏ? ਸਵਾਲ ਬੜੀ ਤਰ੍ਹਾਂ ਦੇ ਆਉਂਦੇ ਆ ਔਰ ਮੈਂ ਚਾਹਾਂਗਾ ਵੀ ਇਹ ਜਾਣਕਾਰੀ ਦੇ ਦਿਓ। ਅਸੀਂ 30 ਬੰਦੇ ਆਏ ਸਾਂ ਹਜੂਰ ਸਾਹਿਬ ਤੋਂ। ਹਜੂਰ ਸਾਹਿਬ ਤੋਂ ਤੁਸੀਂ 30 ਬੰਦੇ ਆਏ? 30 ਬੰਦੇ ਆਏ ਸਾਂ। 10 ਬੰਦੇ 1 ਤਰੀਕ ਨੂੰ ਜਦੋਂ ਗੋਲੀ ਚੱਲਦੀ ਆ, ਉਹਦੇ ਬਾਅਦ ਸਾਡੇ ਕੋਲ ਪਹੁੰਚਦੇ ਨੇ ਤਰਨਤਾਰਨ ਤੋਂ। ਸਾਡੇ ਤੋਂ ਹੋਰ ਸਾਡੀ ਜਥੇਬੰਦੀਆਂ ਜਿਹੜੀਆਂ ਮਤਲਬ ਹੈਗੀਆਂ ਕਾਰਸੇ ਵਾਲੇ ਆਮ ਲੋਕੀ ਆਉਂਦੇ ਰਹਿੰਦੇ ਸਨ ਕਿ ਸਾਨੂੰ ਰੱਖ ਲਓ ਇੱਥੇ, ਬਾਬਿਆਂ ਨੂੰ ਤੁਸੀਂ ਵੀ, ਅਸੀਂ ਵੀ ਇੱਥੇ ਰਹਿਣਾ ਚਾਹੁੰਦੇ ਆ। ਪਰ ਅਸੀਂ ਉਹਨਾਂ ਨੂੰ ਇਹ ਕਹਿ ਕੇ ਭੇਜ ਦਿੰਦੇ ਹਾਂ ਕਿ ਜਦੋਂ ਲੋੜ ਪਈ ਤੇ ਤੁਹਾਨੂੰ ਸੱਦ ਲਾਂਗੇ ਜੀ। ਤੇ ਜਦੋਂ 1 ਤਰੀਕ ਨੂੰ ਜਦੋਂ ਗੋਲੀ ਚੱਲਦੀ ਆ CRP ਨਾਲ, ਉਦੋਂ ਸਾਡੇ ਫਿਰ 10 ਬੰਦੇ ਬਾਬਾ ਸੇਵਾ ਸੋਹਣੀ ਜਿਹੜੇ ਆ ਤੇ ਉਹ ਆਉਂਦੇ ਨੇ ਇੱਥੇ ਤੇ ਟੋਟਲ 40 ਬੰਦੇ ਹੋ ਗਏ। 40 ਚੋਂ 35 ਬੰਦੇ ਸ਼ਹੀਦ ਹੋ ਗਏ ਸਾਡੇ। ਤੁਹਾਡੇ 35 ਬੰਦੇ ਸ਼ਹੀਦ ਹੋਏ ਨੇ। ਪਰ ਜਿਹੜੇ ਲੋਕ ਅੱਜ ਇਹ ਗੱਲ ਕਹਿੰਦੇ ਆ ਕਿ ਕਾਰ ਸੇਵਾ ਵਾਲਿਆਂ ਦਾ 84 ਵਿੱਚ ਕੀ ਯੋਗਦਾਨ ਸੀ, ਕਾਰ ਸੇਵਾ ਵਾਲਿਆਂ ਦੀ ਕੀ ਕੁਰਬਾਨੀ ਸੀ, ਇਹਨਾਂ ਨੇ ਦੱਸੋ ਕਿਹੜੇ ਬੰਦੇ ਮਾਰੇ ਆ, ਇਹਨਾਂ ਕੋਲੇ ਕਿਹੜਾ ਹਥਿਆਰ ਸੀ, ਸਵਾਲ ਕਰਦੇ ਆ। ਫਿਰ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕਿ ਸਾਡੇ ਜਿਹੜੇ ਬੰਦੇ ਸੀ ਇਹਨਾਂ ਦੇ ਵਿੱਚ ਫੌਜੀ ਵੀ ਸੀ। ਸਾਡੇ ਸ਼ੇਰ ਸਿੰਘ ਸੀ, 9 ਸਿੱਖ ਦਾ ਹੀ ਬੰਦਾ ਉਹ। ਸਾਡੇ 'ਚ ਫੌਜੀ ਗੁਰਮੇਲ ਸਿੰਘ ਸੀ, ਦਲਬੀਰ ਸਿੰਘ ਪ੍ਰਵਾਨ ਸੀ ਤੇ ਗੁਰਨੇਕ ਸਿੰਘ ਸੀ। ਸੁਰ ਸਿੰਘ ਵਾਲੇ ਸਾਡੇ ਨਾਲ ਹੀ, ਉੱਥੇ ਸਾਡੇ ਨਾਲ ਆਇਆ ਨਹੀਂ ਪਰ ਸਾਡੇ ਕੋਲ ਹੀ ਰਹਿੰਦਾ ਹੁੰਦਾ ਸੀ। ਇਹ ਬੰਦੇ ਸਾਰੇ ਫੌਜੀ ਸੀ। ਤੇ ਫੌਜੀ ਕਿਵੇਂ ਸੀ? ਵੀ ਫੌਜ ਦੇ ਵਿੱਚੋਂ ਰਿਟਾਇਰ ਹੋ ਕੇ ਆਏ ਸੀ? ਫੌਜ ਚੋਂ ਰਿਟਾਇਰਮੈਂਟ ਲੈ ਕੇ ਆਏ ਸੀ। ਰਿਟਾਇਰ ਹੋ ਕੇ ਆਏ ਸੀ ਜੀ। ਤੇ ਸਾਡੇ ਬੰਦੇ 17 ਬੰਦੇ ਜਿਹੜੇ ਸੀ ਅਸੀਂ ਰੱਖੇ ਸੀ ਲੰਗਰ ਹਾਲ ਦੇ ਉੱਤੇ, ਤੇ 17 ਬੰਦੇ ਹੀ ਸਾਡੇ ਹੈਗੇ ਸੀ ਉਧਰ ਆਪਣੇ ਅਕਾਲ ਤਖਤ ਦੇ ਉੱਤੇ ਸੰਤਾਂ ਦੇ ਨਾਲ। 6 ਬੰਦੇ ਜਿਹੜੇ ਹੈਗੇ ਸੀ ਜਿੱਥੇ ਆਪਣਾ ਬੇਦਾਂਤੀ, ਜਹੇਦਾਰ ਬੇਦਾਂਤੀ ਦਾ ਘਰ ਆ, ਜਿੱਥੇ ਰਸ਼ਪਾਲ ਸਿੰਘ ਦਾ ਸੰਤਾਂ ਦੇ ਪੀਏ ਤੇ ਸਜਾਨ ਸਿੰਘ ਸੀ, ਜਿੱਥੇ ਪ੍ਰਸ਼ਾਦੀਆਂ ਪਰਚੀਆਂ ਕੱਢਦੀ ਤੋਂ ਪਹਿਲੀ ਜਿਹੜੀ ਨੁੱਕਰ ਤੇ ਹੈਗੀ ਆ ਆਪਣੇ ਸ਼ਬੀਰ, ਹਾਂਜੀ, ਉੱਥੇ 6 ਬੰਦੇ ਸੀ। ਸ਼ੇਰ ਸਿੰਘ, ਲਖਵਿੰਦਰ ਸਿੰਘ, ਜਸਬੀਰ ਸਿੰਘ ਪੰਛੀ, ਜੋਗਿੰਦਰ ਸਿੰਘ ਤੇ ਕਣੀਆਂ ਕੇ ਬਾਂਗਰ ਦਾ ਤਰਸੇਮ ਸਿੰਘ ਤੇ ਗੁਰਬਖਸ਼ ਸਿੰਘ ਮਜੀਠੇ ਦਾ। ਇਹ 6 ਬੰਦੇ ਉੱਥੇ ਸੀ। ਤੇ ਲੰਗਰ ਦੇ ਦੋਵੇਂ ਬੁਰਜ ਤੇ ਲੰਗਰ ਦੀ ਪੂਰੀ ਬਿਲਡਿੰਗ, ਇਹਦੇ ਤੇ ਘੱਟੋ ਘੱਟ ਨਹੀਂ ਤੇ 50 ਬੰਦੇ ਹੋਣਗੇ ਸਾਡੇ 17 ਬੰਦਿਆਂ ਤੋਂ ਇਲਾਵਾ ਵੀ। ਭਾਈ ਅਮਰੀਕ ਸਿੰਘ ਵੀ ਉੱਥੇ ਸੀ। ਅੱਛਾ। ਭਾਈ 18 ਸਿੰਘ ਉੱਥੇ ਸੀ। ਜਥੇ ਦੇ ਮੇਨ ਬੰਦਿਆਂ ਚੋਂ ਜਿਹੜੇ ਹੀ ਆਪਣੇ ਭਾਈ ਦਲਬੀਰ ਸਿੰਘ, ਉਹਦੀ ਹੀ ਕਮਾਂਡ ਹੇਠ ਸਨ ਇਹ ਸਾਰੇ ਬੰਦੇ। ਤੇ ਭਾਈ ਸਵਰਨ ਸਿੰਘ, ਕੁਲਵੰਤ ਸਿੰਘ, ਭਾਈ ਰਾਮ ਸਿੰਘ ਸੁਲਤਾਨਪੁਰ ਵਾਲੇ, ਸਾਹਿਬ ਸਿੰਘ, ਇਹ ਸਾਰੇ ਬੰਦੇ ਮਤਲਬ ਇੱਥੇ ਸੀ ਦੋਵਾਂ ਬੁਰਜਾਂ ਤੇ ਲੰਗਰ ਦੀ ਸਾਰੀ ਕਮਾਂਡ ਸੀ ਇੱਥੇ। ਪਰ ਜਦੋਂ ਮੈਂ ਇੱਕ ਗੱਲ ਤੁਹਾਡੀ ਰੋਕਦਾ ਵਾਂ, ਕਾਰ ਸੇਵਾ ਵਾਲਿਆਂ ਦਾ ਸਿੱਧਾ ਯੋਗਦਾਨ ਕੀ ਸੀ ਇਸ ਮੋਰਚੇ ਦੇ ਵਿੱਚ? ਕਾਰ ਸੇਵਾ ਵਾਲਿਆਂ ਦਾ ਯੋਗਦਾਨ ਸੀ ਕਿ ਜਿੰਨੇ ਮੋਰਚੇ ਸੀ ਬਣੇ ਨਾ, ਇਹ ਬੰਦੇ ਕੰਸਟਰਕਸ਼ਨ ਦਾ ਕੰਮ ਜਾਣਦੇ ਸੀ। ਇਹਨਾਂ ਦਾ ਕੰਮ ਹੀ ਬਿਲਡਿੰਗਾਂ ਬਣਾਉਣਾ ਸੀ।
ਇਸ ਕਰਕੇ ਇਹ ਸੱਦੇ ਹੀ ਮੋਰਚੇ ਬਣਾਉਣ ਵਾਸਤੇ ਗਏ ਸੀ। ਜਿੰਨੇ ਮੋਰਚੇ ਦਰਬਾਰ ਸਾਹਿਬ ਦੇ ਅੰਦਰ ਬਣੇ, ਜ਼ਿਆਦਾਤਰ ਮੋਰਚੇ ਹਾਂ ਇਹਨਾਂ ਦੀ ਅਗਵਾਈ ਹੇਠ ਬਣੇ। ਅਗਵਾਈ ਤੇ ਚਲੋ ਆਪਾਂ ਨੂੰ ਜਿਹੜਾ ਡਿਜ਼ਾਈਨ ਜਿਹੜਾ ਸੀ ਉਹ ਜਨਰਲ ਸ਼ਵੇਕ ਸਿੰਘ ਦਿੱਤਾ ਉਹਨਾਂ ਨੇ। ਅੱਛਾ, ਜਨਰਲ ਸ਼ਵੇਕ ਸਿੰਘ ਨੇ ਡਿਜ਼ਾਈਨ ਦਿੱਤਾ ਸੀ। ਹਾਂ ਕਿ ਇਸ ਤਰ੍ਹਾਂ ਦੇ ਇੱਥੇ ਮੋਰਚੇ ਚਾਹੀਦੇ ਆਪਾਂ ਨੂੰ, ਜਿਸ ਤਰ੍ਹਾਂ ਕਿ ਟੈਂਕੀ ਵਾਲਾ ਮੋਰਚਾ, ਆਪਣੇ 2 ਮੋਰਚੇ, ਦੋਵੇਂ ਬੁਰਜਾਂ ਉੱਤੇ ਮੋਰਚੇ, ਉਧਰ ਮੰਦਰ ਉੱਤੇ ਜਾਂ ਡਿਓੜੀਆਂ 'ਚ ਜਿਹੜੇ ਮੋਰਚੇ ਸੀ, ਇਹ ਸਿਰਫ ਹੈਗੇ ਸੀ ਕਿ ਬਾਹਰੋਂ ਆਪਾਂ ਦੇਖ ਵਾਸਤੇ ਮੋਰਚੇ ਸੀ ਸਾਡੇ, ਕਿ ਮਿਲਟਰੀ ਨੂੰ ਆਪਣੇ ਹੋਂਦ ਬਾਰੇ ਦੱਸਣਾ ਕਿ ਜਦੋਂ ਫਾਇਰਿੰਗ ਕਰੂਗੀ ਉਹ। ਇਹ ਜ਼ਿਆਦਾ ਮੋਰਚੇ ਬਣੇ ਆ, ਮਤਲਬ ਕਿ 1 ਤਰੀਕ ਦੇ ਹੋਣ ਤੋਂ ਬਾਅਦ। ਇਹ ਸਿਰਫ ਇਹਨਾਂ ਬੰਦਿਆਂ ਨੇ ਹੀ ਨਹੀਂ ਬਣਾਏ, ਬਹੁਤ ਸਾਰੇ ਪਿੰਡ ਦੀ ਸੰਗਤ ਵੀ ਜਿਹੜੀ ਆਈ ਸੀ, ਉਹ 'ਚ ਬੀਬੀਆਂ ਸੀ, ਬੰਦੇ ਵੀ ਹੈਗੇ ਸੀ। ਉਹਨਾਂ ਦੀ ਸਮੂਲੀਅਤ ਹੀ ਬਹੁਤ ਵੱਡੀ ਸੀ, ਕਿਉਂਕਿ ਬੁਰਜ ਦੇ ਉੱਤੇ ਬੋਰੀਆਂ ਚੜਾਉਣੀਆਂ ਜਾਂ ਇੱਟਾਂ ਚੜਾਉਣੀਆਂ ਇਹਦਾ ਸੌਖਾ ਕੰਮ ਨਹੀਂ। ਇੱਕ ਵਾਰੀ ਬੰਦਾ ਚੜਦਾ ਤੇ ਮੁੜਕੋ ਮੁੜਕੀ ਹੋ ਜਾਂਦਾ ਸੀ। ਤੁਸੀਂ ਥੱਲੇ ਵੇਖਿਆ ਕਿੰਨੀ ਉਚਾਈ ਆ, ਤੇ ਰੁਕਣਾ ਨਹੀਂ ਪੈਂਦਾ, ਸਟੇ ਨਹੀਂ ਗਾ ਕਿ ਇੱਕ ਥਾਂ ਸਟੇ ਆ ਖਾਲੀ। ਵੱਡੇ ਵੱਡੇ ਬੁਰਜ ਦੇ ਵਿੱਚ ਸਿਰਫ ਇੱਕੋ ਹੀ ਸਟੇ ਆਉਂਦਾ, ਤੇ ਉੱਥੇ ਬ੍ਰੇਕ ਰੁਕੋਗੇ ਤਾਂ ਫਿਰ ਸਿੱਧੀਆਂ ਪੌੜੀਆਂ ਗੋਲ ਹੀ ਤੁਸੀਂ ਚੜ੍ਹਦੇ ਉੱਤੇ ਤੱਕ ਚਲੇ ਜਾਓਗੇ। ਵੀ ਰੁਕਿਆ ਨਹੀਂ ਜਾਂਦਾ ਨਾ। ਉਹ 1-2 ਵਾਰੀ ਫੜ ਕੇ ਬੰਦੇ ਲਿਆਈਦੇ ਤੇ ਮੁੜ ਕੇ ਭੱਜ ਜਾਂਦੇ, ਫਿਰ ਨਵੇਂ ਬੰਦੇ ਫੜ ਕੇ ਲਿਆਈਦੇ। ਤੇ ਮੋਰਚੇ ਬਣਾਉਣ ਦੇ ਵਿੱਚ ਵੀ ਤੇ ਲੜਾਈ ਦੇ ਵਿੱਚ ਵੀ ਜੋ ਹਿੱਸਾ ਉਹਨਾਂ ਦਾ, ਜੇ 40 'ਚ 35 ਬੰਦੇ ਸ਼ਹੀਦ ਹੋਏ ਆ ਤੇ ਕੁਝ ਯੋਗਦਾਨ ਹੀ ਫੇਰ ਹੀ ਸ਼ਹੀਦ ਹੋਏ ਕਾਰ ਸੇਵਾ ਵਾਲਿਆਂ ਦੇ। ਹਾਂ, ਇੱਕ ਹੋਰ ਜਾਣਕਾਰੀ ਦਿਓ। ਤੁਸੀਂ ਹੁਣੇ ਗੱਲ ਕੀਤੀ ਹੈ ਵੀ ਬੁਰਜ ਦੇ ਉੱਪਰ ਮੋਰਚਾ, ਇੱਕ ਤੁਸੀਂ ਗੱਲ ਕੀਤੀ ਹੈ ਵੀ ਜਨਰਲ ਸ਼ਵੇਕ ਸਿੰਘ ਨੇ ਉਹ ਜਿਹੜਾ ਮੋਰਚਿਆਂ ਬਾਰੇ ਦੱਸਿਆ ਤੇ ਕਾਰ ਸੇਵਾ ਵਾਲਿਆਂ ਨੇ ਬਣਾਏ। ਇੱਕ ਜਾਣਕਾਰੀ ਦਿਓ ਵੀ ਜਨਰਲ ਸ਼ਵੇਕ ਸਿੰਘ ਦੀ ਸਾਰੀ ਕਮਾਂਡ ਸੀ, ਜਿੰਨਾ ਉਹਦੇ ਵਿੱਚ ਦੱਸਿਆ ਗਿਆ ਵੀ ਕੌਣ ਕੌਣ ਕਿੱਥੇ ਕਿੱਥੇ ਪੋਜੀਸ਼ਨ ਲਏਗਾ, ਕਿਹੜੀ ਕਿਹੜੀ ਗੋਲੀ ਕਦੋਂ ਚੱਲੇਗੀ, ਜਾਂ ਕਿੱਥੇ ਕਿੱਥੋਂ ਆਪਾਂ ਸਾਰੀ ਵੱਧ ਮਾਰ ਕਰ ਸਕਦੇ ਆ, ਇਹ ਸਾਰਾ ਪਲਾਨ ਉਹਨਾਂ ਦਾ ਸੀ। ਹਾਂ, ਜਨਰਲ ਸ਼ਵੇਕ ਸਿੰਘ ਕੋ ਸਾਡਾ ਫੌਜੀ ਗੁਰਮੈਲ ਸਿੰਘ ਦੇ ਨਾਲ ਅਸੀਂ ਕਾਫੀ ਮੀਟਿੰਗਾਂ ਤੇ ਜਾਂਦੇ ਰਹੇ ਆ। ਸਿਰਫ ਮੋਰਚੇ ਬਣਾਉਣ ਦੇ ਵਿੱਚ ਹੀ ਨਹੀਂ ਸੀ, ਸੰਤ ਜਦੋਂ ਅਕਾਲ ਤਖਤ ਤੋਂ ਤੁਰ ਕੇ ਆਉਂਦੇ ਸੀ ਆਪਣਾ ਲੰਗਰ ਹਾਲ ਦੀ ਬਿਲਡਿੰਗ ਦੇ ਉੱਤੇ ਸਵੇਰੇ 8 ਵਜੇ, ਤੇ ਉਹਨਾਂ ਦੀ ਗਾਈਡਲਾਈਨ ਸੀ ਕਿ ਉੱਚੀ ਬਿਲਡਿੰਗ ਤੋਂ ਕਿਤੇ ਵੀ ਸੰਤਾਂ ਨੂੰ ਟਾਰਗੇਟ ਕੀਤਾ ਜਾ ਸਕਦਾ ਵਾ। ਇਸ ਕਰਕੇ ਜਿਹੜੇ ਬੰਦੇ ਸੰਤਾਂ ਦੇ ਲਾਗੇ ਚਾਗੇ ਬਰਾਬਰ ਤੇ ਉਹਦਾ ਬਰਾਬਰ ਹੈ ਨਹੀਂ, 1-2 ਬੰਦੇ ਹੀ ਸੀ, ਉਹ ਬੰਦੇ ਉਹਨਾਂ ਦੇ ਲਾਗੇ ਚਾਗੇ ਅੱਗੇ ਪਿੱਛੇ ਹੋਣ। ਕੁਝ ਬੰਦੇ ਉਹਨਾਂ ਦੇ ਆਉਣ ਤੋਂ ਪਹਿਲਾਂ ਡਿਓੜੀਆਂ 'ਚ ਜਾਂ ਜਿੱਥੇ ਵੀ ਆ ਉਹ ਪਹਿਲਾਂ ਆਪਣੀ ਪੋਜੀਸ਼ਨ ਲੈਣ ਕਿ ਕੋਈ ਬੰਦਾ ਉੱਥੇ ਨਾ ਖਲੋਤਾ ਹੋਵੇ। ਤੇ ਇਹ ਸਾਰੀਆਂ ਮਤਲਬ ਕਿ ਉਹਨਾਂ ਨੂੰ ਹਦਾਇਤਾਂ ਜਾਰੀ ਉਹ ਸਾਰਾ ਜਨਰਲ ਸ਼ਵੇਕ ਸਿੰਘ ਕਰਦੇ ਸੀ। ਹਾਂ, ਇੱਕ ਮੈਂ ਚਾਹਾਂਗਾ ਵੀ ਉਸ ਮੁੱਦੇ ਤੋਂ ਆਪਾਂ ਥੋੜਾ ਜਿਹਾ ਹਟ ਕੇ ਗੱਲ ਕਰਦਾ ਵਾਂ। ਜਨਰਲ ਸ਼ਵੇਕ ਸਿੰਘ ਜੀ ਦੀ ਜਿਹੜੀ ਸ਼ਹਾਦਤ ਹੈ, ਉੱਥੇ ਬੜੀ ਪ੍ਰਕਾਰ ਦੀਆਂ ਗੱਲਾਂ ਤਰ੍ਹਾਂ ਦੀਆਂ ਉੱਠਦੀਆਂ ਨੇ। ਕੋਈ ਕਹਿੰਦਾ ਇਸ ਤਰੀਕੇ ਨਾਲ ਸ਼ਹੀਦ ਕੀਤਾ ਗਿਆ, ਕੋਈ ਕਹਿੰਦਾ ਵੀ ਉਹਨਾਂ ਨੂੰ ਦੇਸ਼ ਦਾ ਗੱਦਾਰ ਕਹਿ ਕੇ ਤੇ ਉਹਨਾਂ ਦੀਆਂ ਲੱਤਾਂ ਦੇ ਵਿੱਚ ਰੱਸਾ ਪਾਇਆ ਗਿਆ, ਰੱਸਾ ਪਾ ਕੇ ਘੜੀਸਿਆ ਗਿਆ। ਕਿਉਂਕਿ ਜਦੋਂ ਉਹਨਾਂ ਦਾ 5 ਫੁੱਟ ਸਰੀਰ ਰੱਖਿਆ ਗਿਆ ਆ ਤੇ ਉਦੋਂ ਵੀ ਮੇਰੇ ਖਿਆਲ ਦੇ ਵਿੱਚ ਉਹਨਾਂ ਦੇ ਪੈਰ ਦੇ ਵਿੱਚ ਕੋਈ ਰੱਸੇ ਦਾ ਸੀ, ਇਸ ਤਰ੍ਹਾਂ ਦਾ ਵੇਰਵਾ। ਜੇ ਦਰਬਾਰ ਸਾਹਿਬ ਦੀ ਆਮੋ ਸਾਹਮਣੇ ਲੜਾਈ ਜਿਹੜੀ ਆ ਰਾਤ ਦੇ 9 ਵਜੇ 8-9 ਵਜੇ ਤੋਂ ਸ਼ੁਰੂ ਹੁੰਦੀ ਆ 5 ਤਰੀਕ ਨੂੰ। ਹਾਂ, ਤੇ ਜਨਰਲ ਸ਼ਵੇਕ ਸਿੰਘ ਦਾ ਕਹਿਣਾ ਸੀ ਕਿ ਜਿੰਨਾ ਚਿਰ ਤੁਸੀਂ ਫਰੰਟ ਤੇ ਹੈਗੇ ਜੇ ਪਿੱਛੇ ਨਾ ਹਟਿਓ। ਜਦੋਂ ਤੁਸੀਂ ਪੈਰ ਪਿੱਛੇ ਤੇ ਪਿੱਛੇ ਹਟ ਕੇ ਜਾਣਾ ਆਪਾਂ ਕਿੱਥੇ, ਅਕਾਲ ਤਖਤ ਤੇ। ਠੀਕ ਹੈ। ਜਦੋਂ ਪੈਰ ਖਿਸਕ ਗਏ, ਉਹਨਾਂ ਨੂੰ ਅੱਗੇ ਵਧਣ ਦਾ ਟਾਈਮ ਦੇ ਦਿੱਤਾ, ਫਿਰ ਤੁਸੀਂ ਮਤਲਬ ਕਿ ਮਾਰ ਖਾ ਗਏ। ਜਨਰਲ ਸ਼ਵੇਕ ਸਿੰਘ ਬਾਹਰ ਨਿਕਲ ਕੇ ਮੋਰਚਿਆਂ ਤੋਂ ਉਹ 2 ਨਿਸ਼ਾਨ ਸਾਹਿਬ ਜਿੱਥੇ ਸੀ ਜੀ, ਵਾਕੀ ਟਾਕੀ ਦਾ ਆਪਣਾ ਹੈਗਾ ਸੀ, ਮਤਲਬ ਕਿ ਇੱਕ ਦੂਜੇ ਨਾਲ ਸੰਬੰਧ ਸਾਡੇ ਵੱਲੋਂ ਭਾਈ ਦਲਬੀਰ ਸਿੰਘ ਕੋਈ ਵਾਕੀ ਟਾਕੀ ਅਕਾਲ ਤਖਤ ਨਾਲ ਸੰਬੰਧ ਸੀ ਉਹਨਾਂ ਦਾ, ਸੰਤਾਂ ਨਾਲ ਜਾਂ ਜਨਰਲ ਸ਼ਵੇਕ ਸਿੰਘ ਨਾਲ। ਉਹ ਸਾਰੀ ਖਬਰ 1-1 ਮਿੰਟ ਦੀ ਉਹਨਾਂ ਨੂੰ ਦੇਈ ਜਾ ਰਹੇ ਸੀ। ਉਹ ਬਾਹਰ ਸਨ, ਦੋਵੇਂ ਨਿਸ਼ਾਨ ਸਾਹਿਬ ਦੇ ਲਾਗੇ, ਜਿੱਥੇ ਹੁਣ ਤੇ ਜਿਹੜਾ ਹੁਕਮਨਾਮਾ ਉਹ ਥੋੜਾ ਹੋਰ ਅੱਗੇ ਚਲਾ ਗਿਆ ਨਾ, ਉਦੋਂ ਬਿਲਕੁਲ ਜਿੱਥੇ 2 ਕਮਰੇ ਜਿੱਥੇ ਮਹਾਰਾਜ ਦਾ ਸਰੂਪ ਹੁੰਦੇ ਨੇ, ਉੱਥੇ ਨੁੱਕਰ ਤੇ ਹੀ ਉਹ ਹੁਕਮਨਾਮਾ ਲਿਖਿਆ ਜਾਂਦਾ ਸੀ। ਤੇ ਉੱਥੇ ਹੀ ਉਹਨਾਂ ਦੇ 11-12 ਵਜੇ ਦੇ ਵਿੱਚ ਮਤਲਬ ਗੋਲੀ ਲੱਗਦੀ ਆ ਤਾਂ ਫੱਟਰ ਹੋ ਜਾਂਦੇ ਨੇ। ਤੇ ਉਹਨਾਂ ਨੂੰ ਸਿੰਘ ਚੁੱਕ ਕੇ ਤੇ ਅਕਾਲ ਤਖਤ ਦੇ ਥੱਲੇ ਲੈ ਜਾਂਦੇ ਸੰਤਾਂ ਕੋਲ। ਤੇ ਉਹ ਫਿਰ ਉੱਥੇ ਉਹਨਾਂ ਨੂੰ ਕਹਿ ਕੇ ਕਿ ਮੇਰੀ ਜੋ ਮੈਂ ਸੇਵਾ ਕਰ ਸਕਦਾ ਹਾਂ ਕਰ ਗਿਆ, ਮੈਂ ਚੱਲਿਆ, ਤੇ ਉਹ ਸਰੀਰ ਛੱਡ ਜਾਂਦੇ ਨੇ ਉੱਥੇ ਜਨਰਲ ਸ਼ਵੇਕ ਸਿੰਘ ਜੀ। ਹਾਂ, 12 ਵਜੇ ਦੇ 11-12 ਵਜੇ ਲਾਗੇ ਚਾਗੇ ਹੋਊਗਾ 5 ਤਰੀਕ ਨੂੰ ਹੀ। ਹਾਂ, ਤੇ ਫਿਰ ਕਮਾਂਡ ਜਿਹੜਾ ਜਿੱਥੇ ਹੈਗਾ ਹੀ ਫਿਰ ਆਪਣੀ ਕਮਾਂਡ ਨਾਲ ਆਪ ਹੀ ਲੜਿਆ ਬੰਦਾ। ਜਨਰਲ ਸ਼ਵੇਕ ਸਿੰਘ ਦੀ ਸ਼ਹਾਦਤ ਤੁਸੀਂ ਕਿੰਨੀ ਤਰੀਕ ਦੀ ਦੱਸਦੇ ਹੋ? 5 ਤਰੀਕ ਨੂੰ। 5 ਤਰੀਕ ਦੀ। ਬਾਬਾ ਜਰਨੈਲ ਸਿੰਘ ਜੀ ਦੀ ਸ਼ਹਾਦਤ ਕਿੰਨੀ ਤਰੀਕ ਨੂੰ ਦੱਸਦੇ ਹੋ? 6 ਤਰੀਕ ਨੂੰ। 6 ਤਰੀਕ ਦੀ ਸਵੇਰੇ। 6 ਤਰੀਕ ਨੂੰ ਸਵੇਰੇ ਬਾਬਾ ਜਰਨੈਲ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ ਤੇ 5 ਤਰੀਕ ਰਾਤ ਨੂੰ ਜਨਰਲ ਸ਼ਵੇਕ ਸਿੰਘ ਜੀ ਦੀ ਹੁੰਦੀ ਹੈ। ਇੱਥੇ ਇੱਕ ਵੇਰਵਾ ਮੈਨੂੰ ਜ਼ਰੂਰ ਦਿਓ, ਜਨਰਲ ਸ਼ਵੇਕ ਸਿੰਘ ਜੀ ਦੀ ਡੈਥ ਤੋਂ ਬਾਅਦ, ਸ਼ਹਾਦਤ ਤੋਂ ਬਾਅਦ ਉਹਨਾਂ ਦੇ
ਰੱਸਾ ਪਾਉਣ ਦਾ ਕੀ ਮਤਲਬ ਬਣਿਆ? ਬਾਕੀ ਜਿਹੜੀਆਂ ਸ਼ਹਾਦਤਾਂ ਸੰਤ ਜਰਨੈਲ ਸਿੰਘ ਦੀ ਜਾਂ ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ ਫੈਡਰੇਸ਼ਨ ਦੇ ਪ੍ਰਧਾਨ ਸੀ ਜਿਹੜੇ, ਇਹ ਭੋਰੇ ਚੋਂ ਬਾਹਰ ਨਿਕਲ ਕੇ ਸ਼ਹੀਦ ਹੁੰਦੇ ਨੇ ਸਾਰੇ। ਤੇ ਜਨਰਲ ਛਬੇਕ ਸਿੰਘ ਫੱਟਰ ਹੋ ਜਾਂਦੇ ਆ ਜਿੱਥੇ ਦੋ ਨਿਸ਼ਾਨ ਸਾਹਿਬ ਹੁੰਦੇ ਆ, ਤੇ ਇਹਨਾਂ ਨੂੰ ਚੁੱਕ ਕੇ ਅਕਾਲ ਤਖਤ ਦੇ ਥੱਲੇ ਸੰਤਾਂ ਕੋਲ ਲੈ ਕੇ ਜਾਇਆ ਜਾਂਦਾ। ਬਾਕੀ ਸਿੰਘ ਤੇ ਬਾਹਰ ਨਿਕਲ ਗਏ ਤੇ ਬਾਹਰ ਜਿੱਥੇ ਜਿੱਥੇ ਵੀ ਸ਼ਹੀਦ ਹੋ ਗਏ। ਠੀਕ ਹੈ। ਉਹ ਤੇ ਸ਼ਹੀਦ ਉੱਥੇ ਹੋ ਗਏ ਨਾ ਅੰਦਰ ਆਪਣੇ ਭੋਰੇ 'ਚ, ਉਹ ਤੇ ਲਾਸ਼ ਉਹਨਾਂ ਦੀ ਉੱਥੇ ਪਈ ਹੋਊਗੀ ਨਾ, ਉਹਨੇ ਆਪ ਉੱਠ ਕੇ ਤੇ ਬਾਹਰ ਨਹੀਂ ਆਉਣਾ ਸੀ, ਜਾਂ ਲਾਸ਼ ਨੂੰ ਚੁੱਕ ਕੇ ਕਿਸੇ ਨੇ ਬਾਹਰ ਲੈ ਕੇ ਨਹੀਂ ਆਉਣਾ ਸੀ। ਤੇ ਭੋਰੇ ਦੇ ਅੰਦਰ ਵੜਨ ਦੀ ਇੱਕੋ ਪੌੜੀਆਂ ਸੀ, ਭੀੜੀਆਂ ਸੀ ਪੌੜੀਆਂ ਉਹ। ਤੇ ਉਹ ਜਿੰਨੇ ਇੰਨੀ ਫਾਇਰਿੰਗ ਜਾਂ ਇੰਨੇ ਗੋਲਾਬਾਰੀ ਉੱਥੇ ਹੋਈ ਕਿ ਉਹ ਇੱਟਾਂ ਉੱਟਾਂ ਟੁੱਟ ਕੇ ਹੋ ਸਕਦਾ ਪੌੜੀਆਂ ਭਰ ਗਈਆਂ ਹੋਣ ਇੱਟਾਂ ਨਾਲ ਬਾਅਦ 'ਚ, ਕਿ ਸੰਤਾਂ ਦੇ ਸ਼ਹੀਦ ਹੋਣ ਵੇਲੇ ਬਹੁਤ ਜ਼ਿਆਦਾ ਫਾਇਰਿੰਗ ਹੋਈ ਗੋਲਿਆਂ ਦੀ, ਜਿਸ ਤਰ੍ਹਾਂ ਉਤਰੀਆਂ MMGਆਂ ਲੱਗੀਆਂ ਜਿਹੜੀਆਂ ਪੱਟੇ ਵਾਲੀਆਂ ਉਹਨਾਂ ਦੀ। ਤੇ ਉੱਥੇ ਦੱਸਿਆ ਹੀ ਹੋਊਗਾ ਜਿੱਦਾਂ ਗਿਆਨੀ ਪੂਰਨ ਸਿੰਘ ਹੀ, ਗਿਆਨੀ ਮੋਹਨ ਸਿੰਘ ਹੀ, ਜਿਨ੍ਹਾਂ ਨੇ ਪਹਿਲੋਂ ਸਨਾਖਤ ਕੀਤੀ ਹੋਊਗੀ ਸੰਤਾਂ ਦੀ ਲਾਸ਼ ਦੀ, ਆਪਣੇ ਪੰਜ ਭੂਤਕ ਸਰੀਰ ਦੀ ਕੀਤੀ ਹੋਊਗੀ ਨਾ, ਡੈੱਡ ਬੋਡੀਆਂ ਦੀ। ਉੱਥੋਂ ਬੰਦਿਆਂ ਨੇ ਦੱਸਿਆ ਹੋਊਗਾ ਕਿ ਜਨਰਲ ਛਬੇਕ ਸਿੰਘ ਦੀ ਲੱਭਿਆ ਹੋਊਗਾ ਨਾ ਕਿੱਥੇ ਆ, ਉਹਨਾਂ ਕਿਹਾ ਕਿ ਉਹ ਭੋਰੇ ਦੇ ਅੰਦਰ ਆ। ਤੇ ਭੋਰੇ ਦੇ ਅੰਦਰ ਉਹ ਫਿਰ 4 ਬੰਦੇ ਚੁੱਕ ਕੇ ਪੌੜੀਆਂ ਥਾਲੀ ਚੁੱਕ ਕੇ ਤੇ ਬਾਹਰ ਨਹੀਂ ਆ ਸਕਦੇ ਸੀ। ਹੋ ਸਕਦਾ ਰੱਸਾ ਬੰਨ ਕੇ ਉਹਦੀ ਲਾਸ਼ ਬਾਹਰ ਖਿੱਚੀ ਗਈ ਹੋਵੇ ਫੌਜ ਵੱਲੋਂ। 4 ਬੰਦੇ ਕਿਉਂ ਨਹੀਂ? ਇੱਕ ਜਦੋਂ ਕਿਸੇ ਨੂੰ ਸ਼ਮਸ਼ਾਨ ਘਾਟ ਲੈ ਕੇ ਜਾਂਦੇ ਆ, ਕਿੰਨੇ ਜਣੇ ਹੁੰਦੇ ਆ? 4 ਹੁੰਦੇ ਆ ਨਾ। ਹਾਂਜੀ। ਲੈ ਕੇ ਜਾਂਦੇ ਆ ਕਿ ਨਹੀਂ ਜਾਂਦੇ? ਹਾਂਜੀ। ਤੇ ਫਿਰ ਆਪੇ ਕਿਵੇਂ ਕਹਿ ਸਕਦੇ ਵੀ 4 ਜਣੇ ਅੰਦਰੋਂ ਬਾਹਰ ਨਹੀਂ ਸੀ ਲਿਆ ਸਕਦੇ? ਨਹੀਂ ਤੇ ਪੌੜੀਆਂ ਦੇ ਵਿੱਚੋਂ ਲੈ ਕੇ ਆਉਣਾ ਸੀ ਨਾ, ਭੋਰੇ ਦੇ ਅੰਦਰੋਂ। ਆਮ ਕਿਤੇ ਪ੍ਰਕਰਮਾਂ 'ਚ ਥੋੜੀ ਲੈ ਕੇ ਜਾਣਾ ਸੀ ਚੁੱਕ ਕੇ, 4 ਬੰਦੇ ਚੁੱਕ ਕੇ ਖੜਨਗੇ ਉਹਨਾਂ ਨੂੰ। ਉਹ ਤੇ ਪੌੜੀਆਂ ਦੇ ਅੰਦਰੋਂ, ਜਦੋਂ ਤੇ ਪੌੜੀਆਂ ਦੇ ਵਿੱਚ ਪੱਥਰ ਇੱਟਾਂ ਉੱਟਾਂ ਡਿੱਗੀਆਂ ਨੇ, ਤੇ 4 ਬੰਦੇ ਪੌੜੀਆਂ ਤੇ ਕਿਤਨਾ ਆਉਣਗੇ ਉਹਦੇ ਤੋਂ, ਭੋਰੇ ਤੋਂ? ਤੇ ਫਿਰ ਲੱਤੇ ਰੱਸਾ ਪਾ ਕੇ ਘੜੀਸ ਕੇ ਰੱਸਾ ਪਾ ਕੇ ਲੈ ਕੇ ਬਾਹਰ ਖਿੱਚਿਆ ਗਿਆ ਹੋਊਗਾ, ਜਾਂ ਇੱਕ ਬੰਦੇ ਬੰਨਤੀ ਹੋਊਗੀ ਜਾਂ ਤਾਂ ਬਾਹਰ ਖਿੱਚ ਲਿਆ ਗਿਆ ਹੋਊਗਾ। ਇਹ ਉਹਨਾਂ ਦੇ ਆਂਦੇ ਆ ਕਿ ਉਹਦੇ ਪੈਰ ਨੂੰ ਰੱਸਾ ਬੱਧਾ ਸੀ, ਇਸ ਕਰਕੇ ਕਿਹਾ ਮੈਂ, ਕਿਉਂਕਿ ਇਹਨਾਂ ਤਿੰਨਾਂ ਦੀਆਂ ਜਿਹੜੀਆਂ ਇਹ 5 ਭੂਤਕ ਸਰੀਰ ਸੀ, ਇਹ ਘੰਟਾ ਘਰ ਦੇ ਸਾਹਮਣੇ ਬਰਫ਼ ਦੀ ਸਿੱਲੀਆਂ ਤੇ ਰੱਖੇ ਗਏ। ਪਹਿਲੀ ਸਨਾਖਤ ਤੇ ਹੋ ਚੁੱਕੀ ਸੀ ਤੇ ਫੇਰ ਇਹ ਤਿੰਨੇ ਲਾਸ਼ਾਂ ਘੰਟਾ ਘਰ ਰੱਖੀਆਂ ਗਈਆਂ ਇਹ ਬਰਫ਼ ਦੇ ਉੱਤੇ। ਪਰ ਸੰਤਾਂ ਦੀ ਸੰਤਾਂ ਦੀ ਸਨਾਖਤ ਕਰਨ ਵਾਸਤੇ 7 ਤਰੀਕ ਨੂੰ 3 ਵਜੇ ਦੇ ਕਰੀਬ ਉਹਨਾਂ ਦੇ ਬ੍ਰਦਰ ਨੂੰ ਲੈ ਕੇ ਆਇਆ ਜਾਂਦਾ, ਹਰਚਰਨ ਸਿੰਘ ਰੋਡੇ ਨੂੰ, ਜਿਹੜੇ ਵਰਦੀ ਦੇ ਵਿੱਚ ਸੀ ਪੂਰੀ, ਤੇ ਅੰਦਰ ਇੰਨ ਕਰਦੇ ਦਰਬਾਰ ਸਾਹਿਬ ਦੇ। ਕਿਹੜੀ ਵਰਦੀ ਵਿੱਚ ਸਨ? ਫੌਜੀ ਵਰਦੀ ਵਿੱਚ। ਠੀਕ ਹੈ। ਇਹ ਸੂਬੇਦਾਰ ਸੀ ਸ਼ਾਇਦ ਮੇਰੇ ਖਿਆਲ ਉਦੋਂ। ਉਹਨਾਂ ਵੀ ਸਨਾਖਤ ਕੀਤੀ ਹੋਊਗੀ। ਉਹਨਾਂ ਤੋਂ ਬਾਅਦ ਇਹ ਤਿੰਨੇ ਲਾਸ਼ਾਂ 5 ਵਜੇ ਦੇ ਕਰੀਬ ਲਗਭਗ ਜੀ, ਤਿੰਨਾਂ ਲਾਸ਼ਾਂ ਦੇ ਉੱਤੇ, ਉਦੋਂ ਅਸੀਂ ਨਹੀਂ ਕਹਿ ਸਕਦੇ ਕਿ ਉਹ ਇਹ ਤਿੰਨੇ ਲਾਸ਼ਾਂ ਮਤਲਬ ਕਿ ਹੈਗੀਆਂ ਸੀ ਇਹ ਦੂਜੀਆਂ। ਆਪਾਂ ਸ਼ਬਦ ਦੀ ਤਾਂ ਕੋਸ਼ਿਸ਼ ਕਰੀਏ 5 ਭੂਤਕ ਸਰੀਰ ਵਰਤ ਲਈਏ, ਉਹ ਲਾਸ਼ ਸ਼ਬਦ ਤੋਂ ਵੀ ਕਈ ਵਾਰੀ ਜਿਹੜੇ ਚਾਹਣ ਵਾਲੇ ਨੇ ਉਹ ਦਿੱਕਤ ਆ ਸਕਦੀ ਹੈ। ਤੇ ਜਿਹੜੇ 5 ਭੂਤਕ ਸਰੀਰ ਨੇ, ਬਾਬਾ ਜਰਨੈਲ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਨਹੀਂ ਛਬੇਕ ਸਿੰਘ, ਜਨਰਲ ਛਬੇਕ ਸਿੰਘ ਜੀ, ਤੇ ਭਾਈ ਅਮਰੀਕ ਸਿੰਘ, ਹਾਂਜੀ, ਫੈਡਰੇਸ਼ਨ ਦੇ ਪ੍ਰਧਾਨ ਜੀ, ਇਹ 3 ਲਾਸ਼ਾਂ ਉਦੋਂ ਤੇ 3 ਉਹਨਾਂ ਦੇ ਜਿਹੜੇ 5 ਭੂਤਕ ਸਰੀਰ ਸੀ ਜੀ, ਇਹਨਾਂ ਸਟੈਚਰਾਂ ਤੇ ਰੱਖ ਕੇ ਉੱਤੇ ਚਿੱਟੇ ਕੱਪੜੇ ਪਾਏ ਸੀ। ਤੇ ਇਹ ਅੱਗੇ ਸ਼ਕਤੀਬਾਨ ਗੱਡੀ ਖੜੀ ਸੀ, ਉਹ 'ਚ ਮਤਲਬ ਕਿ ਰੱਖ ਦਿੱਤੇ ਜਾਂਦੇ ਨੇ, ਉਹ ਗੱਡੀ ਉੱਥੋਂ ਚਲੀ ਜਾਂਦੀ ਹੈ। ਬਾਅਦ ਦੇ ਵੇਰਵਿਆਂ ਅਨੁਸਾਰ ਪਤਾ ਲੱਗਦਾ ਕਿ ਜਲੰਧਰ ਦੇ ਹੀ ਡਾਕਟਰ ਸਨ ਜਿਨ੍ਹਾਂ ਨੇ ਉਹਨਾਂ ਦਾ ਪੋਸਟਮਾਰਟਮ ਕੀਤਾ। ਉਹ 7 ਤਰੀਕ ਨੂੰ 8 ਵਜੇ ਹੁੰਦਾ, 5 ਵਜੇ ਸਰੀਰ ਜਾਂ 6 ਵਜੇ ਗਏ ਜਦੋਂ ਇੱਥੋਂ ਜੀ, ਤੇ 8 ਤਰੀਕ ਨੂੰ ਉਹਨਾਂ ਦਾ ਸੰਸਕਾਰ ਤਿੰਨਾਂ ਦਾ ਉੱਥੇ ਆਪਣੇ ਕੀ ਨਾਮ ਸ਼ਹੀਦਾਂ ਦੇ ਸ਼ਮਸ਼ਾਨ ਘਾਟ 'ਚ ਕੀਤਾ ਜਾਂਦਾ ਹੈ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਬਾਬਾ ਜਰਨੈਲ ਸਿੰਘ ਜੀ ਹਰਾਂ ਨੂੰ ਲਿਆਂਦਾ ਗਿਆ, ਬਾਹਰ ਗੱਡੀ ਸੀ, ਉੱਥੇ ਕੋਈ ਪ੍ਰਦਰਸ਼ਨੀ ਵਾਸਤੇ ਜਾਂ ਲੋਕਾਂ ਨੂੰ ਵਿਖਾਉਣ ਵਾਸਤੇ ਵੀ ਰੱਖਿਆ ਗਿਆ? ਨਹੀਂ, ਬਾਹਰ ਨਹੀਂ ਰੱਖਿਆ ਗਿਆ। ਡਿਊਟੀ ਦੇ ਵਿੱਚ ਜਿੱਥੇ ਉਹ ਜੰਗਲਾ ਜਿਹਾ ਲੱਗਾ, ਉੱਥੇ ਹੀ ਤਿੰਨੇ ਮਤਲਬ ਉਹਨਾਂ ਦੇ ਸਰੀਰ ਜਿਹੜੇ ਸੀ, ਮ੍ਰਿਤਕ ਸਰੀਰ ਜਿਹੜੇ ਸੀ, ਉਹ ਰੱਖੇ ਗਏ ਸੀ। ਵਿਖਾਉਣ ਵਾਸਤੇ ਲੋਕਾਂ ਨੂੰ? ਨਹੀਂ, ਲੋਕਾਂ ਨੂੰ ਵਿਖਾਉਣ ਵਾਸਤੇ ਨਹੀਂ ਰੱਖੇ ਗਏ, ਕਿ ਲੋਕ ਕੋਈ ਬਾਹਰਲੇ ਬੰਦੇ ਨਹੀਂ, ਫੌਜ ਹੀ ਉੱਥੇ ਜਿਹੜੀ ਉਹ ਸਨਾਖਤ ਕਰਨ ਵਾਸਤੇ, ਸਨਾਖਤ ਕਰਕੇ ਲਿਆਂਦੀਆਂ ਹੋਣੀਆਂ ਤਿੰਨੇ ਲਾਸ਼ਾਂ, 5 ਭੂਤਕ ਸਰੀਰ ਜਿਹੜੇ ਉਹਨਾਂ ਦੇ, ਉਹ ਸਨਾਖਤ ਕਰਕੇ ਹੀ ਉੱਥੇ ਆਂਦੇ ਹੋਣੇ ਪਹਿਲੋਂ, ਤੇ ਕਨਫਰਮ ਕਰਨ ਵਾਸਤੇ ਸੰਤਾਂ ਦੇ ਬ੍ਰਦਰ ਨੂੰ ਫਿਰ ਉਹਨਾਂ ਸੱਦਿਆ ਹੋਊਗਾ। ਸੰਸਕਾਰ ਤੇ ਵੀ ਉਹਨਾਂ ਨੇ ਸੱਦਿਆ ਸੀ, ਦੂਜੇ ਦਿਨ ਜਲੰਧਰ ਮੇਰੇ ਖਿਆਲ ਹੈਗੇ ਸੀ ਉਹ, ਤੇ ਉਹ ਪਹੁੰਚੇ ਜਾਂ ਨਹੀਂ ਪਹੁੰਚੇ ਇਸ ਬਾਰੇ ਮੈਂ ਨਹੀਂ ਦੱਸ ਸਕਦਾ। ਸਨਾਖਤ ਕਰ ਲਈ ਆਏ ਉਹ ਜੀ। ਤੁਸੀਂ ਉਸ ਦਿਨ ਕਿੱਥੇ ਸੀ? 7 ਤਰੀਕ ਨੂੰ ਅਸੀਂ ਘੰਟਾ ਘਰ ਦੇ ਲਾਗੇ ਬੈਠੇ ਹਾਂ, ਜਿੱਧਰ ਆਪਣੇ ਡਿਊਟੀ ਤੋਂ ਇਨਫੋਰਮੇਸ਼ਨ ਸੈਂਟਰ ਦੇ ਵਾਲੇ ਪਾਸੇ। ਸਾਰੇ ਸਿੰਘ ਬਾਹਰ ਸੀ ਕਿ ਅੰਦਰ ਸੀ ਤੁਸੀਂ? ਨਹੀਂ, ਉਦੋਂ ਸਾਨੂੰ ਬਾਹਰ ਲੈ ਆਂਦਾ ਸੀ ਨਾ। 6 ਤਰੀਕ ਨੂੰ ਸ਼ਾਮੀ ਅਰੈਸਟ ਹੁੰਦੇ ਆ। ਅੱਛਾ, 6 ਤਰੀਕ ਸ਼ਾਮ ਨੂੰ ਤੁਸੀਂ ਅਰੈਸਟ ਹੁੰਦੇ ਹੋ? ਹਾਂ, ਸਾਨੂੰ ਰਾਤ ਭਰ ਉੱਥੇ ਉਹਨਾਂ ਨੇ ਪਰਿਕਰਮਾ ਜਿਹੜੀ ਸੀ, ਜਿੱਥੇ ਬਾਬਾ ਦੀਪ ਸਿੰਘ ਦੀ ਬਾਈ ਆ, ਉੱਥੇ ਉਹਨਾਂ ਨੇ ਹੱਥ ਸਾਡੇ ਪਿੱਛੇ ਬੱਧੇ ਸੀ, ਉੱਥੇ ਬਿਠਾ ਕੇ ਰੱਖਿਆ ਸੀ।
ਜਦੋਂ ਧੁੱਪ ਜ਼ਿਆਦਾ ਆਈ ਆ ਉਦੋਂ ਜਦੋਂ ਡੀਐਸਪੀ ਬਾਜਵਾ ਆਇਆ ਵਾ ਉਹਨੇ ਸਾਨੂੰ ਫਿਰ ਬਰਾਂਡੇ 'ਚ ਕਰਾਤਾ ਸੀ ਤੇ ਰਾਤ ਅਸੀਂ ਉੱਥੇ ਬਹਿ ਕੇ ਕੱਟੀ ਸਾਰੀ ਰਾਤ। ਤੇ 6 ਤਰੀਕ ਨੂੰ ਹੀ ਸਿੱਖ ਫੌਜੀ ਜਿਹੜੇ ਸੀ ਨਾ ਕੁਛ ਅੰਦਰ ਇੰਨ ਹੁੰਦੇ ਆ ਵਰਦੀ ਸਣੇ ਬਿਨਾਂ ਹਥਿਆਰਾਂ ਤੋਂ, ਤੇ ਉਹ ਦਰਬਾਰ ਸਾਹਿਬ ਦੀ ਪਰਿਕਰਮਾ ਜਿਹੜੀਆਂ ਨੇ ਅੰਦਰਲੀ ਜਿਹੜੀ ਆ ਮੇਨ ਡਿਓੜੀ ਤੋਂ ਦਰਬਾਰ ਸਾਹਿਬ ਦੀ ਮੇਨ ਡਿਓੜੀ ਪੁਲ ਬਣਿਆ ਜਿਹੜਾ ਉਹ ਪਾਣੀ ਨਾਲ ਧੋਂਦੇ ਆ 4 ਚਫੇਰਾ ਉਹਦਾ। ਅੱਛਾ ਸਿੱਖ ਫੌਜੀ? ਹਾਂ ਸਿੱਖ ਫੌਜੀ ਸੀ ਉਹ। ਉੱਤੇ ਵੀ ਖੂਨ ਸੀ? ਨਹੀਂ ਉਧਰ ਹੀ ਗਏ ਨਹੀਂ ਉੱਤੇ ਖੂਨ, ਉੱਤੇ 2 ਬੰਦੇ ਸ਼ਹੀਦ ਹੁੰਦੇ ਆ, ਇੱਕ ਚਰਨਜੀਤ ਸਿੰਘ ਹੀ ਸ਼ਾਇਦ ਮਤਲਬ ਅੱਖਾਂ 'ਚੋਂ ਸੂਰਦਾਸ ਸੀ ਉਹ, ਤੇ ਇੱਕ ਜਗਤਾਰ ਸਿੰਘ ਨੂੰ ਅੰਦਰ ਗੋਲੀ ਲੱਗਦੀ ਆ ਦਰਬਾਰ ਸਾਹਿਬ ਦੇ ਅੰਦਰ। ਦਰਬਾਰ ਸਾਹਿਬ ਦੇ ਅੰਦਰ ਤਕਰੀਬਨ 25 ਸਿੰਘ ਸੀ ਦਰਬਾਰ ਸਾਹਿਬ ਦੇ ਅੰਦਰ, ਤੇ ਉਹਨਾਂ 'ਚੋਂ ਇੱਕ ਜਗਤਾਰ ਸਿੰਘ ਸ਼ਹੀਦ ਹੁੰਦਾ ਤੇ 22 ਬੰਦੇ ਅਰੈਸਟ ਦਿੰਦੇ ਆ, ਜਿਹ ਬਾਬਾ ਸੰਤੋਖ ਸਿੰਘ ਹੁਣ ਵੀ ਹੈਗੇ ਆ, ਰੱਬ ਜੀ ਦੇ ਕੀਰਤਨ ਕਰ ਰਹੇ ਸੀ ਉੱਥੇ, ਤੇ ਬਾਬਾ ਆਪਣੇ ਗਿਆਨੀ ਮੋਹਨ ਸਿੰਘ ਤੇ ਗਿਆਨੀ ਪੂਰਨ ਸਿੰਘ ਜਿਹੜੇ ਜਹੇਦਾਰ ਵੀ ਬਣੇ ਬਾਅਦ 'ਚ, ਇਹ ਬਾਅਦ 'ਚ ਆਉਂਦੇ ਅੰਦਰੋਂ ਜੀ, ਇਹ ਪਹਿਲੋਂ ਆ ਜਾਂਦੇ, ਉਹ ਬਾਅਦ 'ਚ ਆਉਂਦੇ ਆ। ਜਦੋਂ ਫੌਜ ਨੇ ਤੁਹਾਨੂੰ ਕੋਈ ਆਪਸ਼ਨ ਵੀ ਦਿੱਤੀ ਸੀ ਵੀ ਜੇ ਛੱਡ ਕੇ ਜਾਣਾ ਚਾਹੁੰਦੇ ਹੋ ਹੱਥ ਖੜੇ ਕਰਕੇ ਨਿਕਲ ਜਾਓ? ਨਹੀਂ। ਤੇ ਫਿਰ ਜਿਹੜੀ ਵਿਰਸਾ ਸਿੰਘ ਵਲਟੋਆ ਹਰਾਂ ਦੀ ਜਵਾਨੀ ਦੀ ਫੋਟੋ ਬੜੀ ਵੀਡੀਓ ਵਾਇਰਲ ਹੁੰਦੀ ਹੈ, ਹੱਥ ਖੜੇ ਕਰਕੇ ਜਾ ਰਹੇ ਨੇ, ਉਹ ਕੀ ਹੈ? ਉਹ ਹੱਥ ਖੜੇ ਕਰਕੇ ਵੇਖੋ, ਹੱਥ ਖੜੇ ਕਰਨ ਦਾ ਮਤਲਬ ਇਹ ਹੁੰਦਾ ਵਾ ਕਿ ਫੌਜ ਨੇ ਕਿਸੇ ਤੁਹਾਡੀ ਜਿੱਥੇ ਤੁਸੀਂ ਹੈਗੇ ਜੇ ਉਸ ਲੋਕੇਸ਼ਨ ਨੂੰ 4 ਚਫੇਰਿਓਂ ਘੇਰ ਲਿਆ ਤੇ ਲੜਾਈ ਹੋਣ ਤੋਂ ਬਿਨਾ ਤੁਹਾਨੂੰ ਆਪਸ਼ਨ ਦਿੰਦੀ ਆ ਕਿ ਤੁਸੀਂ ਬਾਹਰ ਆ ਜਾਓ, ਕਿ ਤੁਹਾਨੂੰ ਘੇਰ ਲਿਆ ਵਾ ਜੀ, ਕਿ ਜੇ ਉਹ ਬੰਦੇ ਉਦੋਂ ਬਾਹਰ ਆ ਜਾਂਦੇ ਤਾਂ ਹੱਥ ਖੜੇ ਕਰਕੇ ਮੰਨ ਲਿਆ ਕਿ ਉਹ ਸਰੈਂਡਰ ਕੀਤੇ ਆ। ਜੇ ਉਹ 1 ਤਰੀਕ ਨੂੰ ਆ ਗਏ, 2 ਤਰੀਕ ਨੂੰ ਕਰਫਿਊ ਲੱਗਦਾ, 3 ਨੂੰ ਉਹ ਕਰਫਿਊ ਖੋਲਦੀ ਆ ਤੇ 4 ਨੂੰ ਅਟੈਕ ਸ਼ੁਰੂ ਕਰ ਦਿੰਦੀ ਆ, ਬੰਦਾ ਕੋਈ ਨਹੀਂ ਆਉਂਦਾ। ਉਹਦੇ ਜਦੋਂ ਉਹਨਾਂ ਕੋਲ ਮਨੀਸ਼ਨ ਮੁੱਕ ਗਿਆ, ਸਾਰਾ ਕੁਝ ਖਤਮ ਹੋ ਗਿਆ, 3-4 ਦਿਨ ਉਹਨਾਂ ਕੋਲ ਪਿੱਛੋਂ ਤੇ ਮਨੀਸ਼ਨ ਨਹੀਂ ਨਾ ਆ ਰਿਹਾ ਸੀ ਜੀ। ਫਿਰ ਉਹ ਤੇ ਜਿਹੜੇ ਸ਼ਹੀਦ ਹੋਣੇ ਸੀ ਬੰਦੇ ਜਿਨ੍ਹਾਂ ਨੂੰ ਗੋਲੀਆਂ ਵੱਜੀਆਂ ਉਹ ਸ਼ਹੀਦ ਹੋ ਗਏ, ਬਾਕੀ ਬੰਦੇ ਜਿਨ੍ਹਾਂ ਕੋਲ ਆਪਸ਼ਨ ਇਹੋ ਹੀ ਫਿਰ ਉਹ ਸਰੈਂਡਰ ਕਰਨ ਦਾ, ਉਹਨੂੰ ਤੂੰ ਹੱਥ ਖੜੇ ਕਰਕੇ ਕਹਿ ਦੋ ਜਾਂ ਉਤਰਾ ਕਹਿ ਦਿਓ। ਜੋਧਪੁਰ ਜੇਲ੍ਹ ਦੇ ਵਿੱਚ ਵਿਰਸਾ ਸਿੰਘ ਵਲਟੋਆ ਵੀ ਤੁਹਾਡੇ ਨਾਲ ਸਨ? ਹਾਂਜੀ, ਇਹ ਵੀ ਜੋਧਪੁਰ ਜੇਲ੍ਹ ਦੇ ਵਿੱਚ 5 ਸਾਲ ਲਾ ਕੇ ਆਏ। ਇਹ ਸਾਰੀ ਫੈਡਰੇਸ਼ਨ ਦੀ ਲੀਡਰਸ਼ਿਪ ਸਾਡੇ ਨਾਲ ਹੀ, ਮਹਿਤਾ, ਚਾਵਲਾ, ਹਰਮਿੰਦਰ ਸੰਧੂ, ਗਿੱਲ, ਮਨਜੀਤ ਸਿੰਘ ਸਾਰੇ ਸੀ, ਸਾਰੇ ਸੀ, ਇੰਦਰਜੀਤ, ਕੁਲਬੀਰ ਸਿੰਘ, ਉਹ ਪ੍ਰੋਫੈਸਰ ਚੰਡੀਗੜ੍ਹ, ਫਿਰ ਗੁਰਚਰਨ ਸਿੰਘ ਸਾਰੇ ਸੀ। ਅੱਛਾ, ਸਾਰੇ ਉੱਥੇ ਤੁਹਾਡੇ ਨਾਲ ਸਨ? ਲੌਂਗੀਆ ਬਥੇਰੇ ਜੋਧਪੁਰ ਜੇਲ੍ਹ ਦੇ ਵਿੱਚ। ਹਾਂ ਜੀ। ਫੈਡਰੇਸ਼ਨ ਦੇ ਵਿੱਚ ਸ਼ਹਾਦਤਾਂ ਕਿਉਂ ਨਹੀਂ ਹੋਈਆਂ? ਫੈਡਰੇਸ਼ਨ ਦਾ ਪ੍ਰਧਾਨ ਹੀ ਸ਼ਹੀਦ ਹੋ ਗਿਆ ਜਦੋਂ। ਭਾਈ ਅਮਰੀਕ ਸਿੰਘ ਜੀ। ਹਾਂ, ਇੱਧਰ ਮੁਕਾਬਲਾ ਕੁਝ ਘੱਟ ਹੋਇਆ ਹੋਊਗਾ ਕਿਉਂਕਿ ਸਰਾਂ ਵਾਲੀ ਸਾਈਡ ਤੇ ਸੀ, ਤੇ ਸਰਾਂ 'ਚ ਆਮ ਬੀਬੀਆਂ ਵੀ ਹੈਗੀਆਂ ਸਨ, ਬੱਚੇ ਸੀ, ਆਮ ਸਰਦਾਲੂ ਜਿਹੜੇ ਸੀ, ਕੁਝ ਜਥਾ ਜਿਹੜਾ ਉੱਥੇ ਮਤਲਬ ਕਿ ਗ੍ਰਿਫਤਾਰੀ ਦੇਣ ਆਇਆ ਸੀ ਸੰਗਰੂਰ ਦਾ, ਉਹ ਵੀ ਹੈਗੇ ਸੀ। ਤੇ ਜੇ ਆਪਾਂ ਗੱਲ ਕਰੀਏ ਬੀਬੀਆਂ 84 ਦੇ ਇਸ ਏਡੇ ਵੱਡੇ ਮੁਕਾਬਲੇ ਦੇ ਵਿੱਚ ਉਹਨਾਂ ਦਾ ਕੋਈ ਯੋਗਦਾਨ ਸੀ? ਉਹ ਲੜੀਆਂ ਅੱਗੇ ਹੋ ਕੇ? ਨਹੀਂ, ਬੀਬੀਆਂ ਦੀ ਤੇ ਲੜਨ ਦੀ ਕੋਈ ਇਹੋ ਜਿਹੀ ਗੱਲਬਾਤ ਨਹੀਂ ਸੀ। ਬੀਬੀਆਂ ਨੂੰ ਉੱਥੇ ਕੀ ਲੜਨਾ ਸੀ? ਜੇ ਬੰਦੇ ਹੈਗੇ ਲੜਨ ਵਾਸਤੇ ਤੇ ਬੀਬੀਆਂ ਨੇ ਕੀ ਲੜਨਾ ਸੀ? ਬੀਬੀਆਂ ਦੀ ਮਦਦ ਤੇ ਕਰ ਹੀ ਰਹੀਆਂ ਸੀ। ਇਹੋ ਜਿਹਾ ਤੇ ਕੁਝ ਨਹੀਂ ਕਿਹਾ ਵੀ ਬੰਦੇ ਲੜ ਸਕਦੇ ਨੇ, ਬੀਬੀਆਂ ਨਹੀਂ ਲੜ ਸਕਦੀਆਂ, ਇਸ ਤਰ੍ਹਾਂ ਦਾ ਕੋਈ? ਨਹੀਂ, ਆਪਾਂ ਕੋਈ ਬੀਬੀਆਂ ਦੀ ਕੋਈ ਬ੍ਰਿਗੇਡ ਨਹੀਂ ਬਣਾਈ ਉੱਥੇ। ਹਾਂ, ਇੱਕ ਬੀਬੀ ਹੈਗੀ ਸੀ। ਪਰ ਬੀਬੀ ਉਪਕਾਰ ਕੌਰ ਦਾ ਜ਼ਿਕਰ ਆਉਂਦਾ ਆ, ਬੀਬੀ ਪ੍ਰੀਤਮ ਕੌਰ ਵੀ ਦਾਅਵਾ ਕਰਦੇ ਨੇ ਕਿ ਮੈਂ ਬਹੁਤ ਏਡੀ ਵੱਡੀ ਕੁਰਬਾਨੀ ਹੋਈ ਹੈ, ਤੇ ਫਿਰ ਆਪਾਂ ਉਹਨਾਂ ਨੂੰ ਕੀ ਕਵਾਂਗੇ? ਵੀ ਦੇਖੋ, ਬੀਬੀਆਂ ਦਾ 3 ਥਾਂ ਦਾ ਜ਼ਿਕਰ ਆਉਂਦਾ। ਹਾਂ, ਇਹ ਹਰਮਿੰਦਰ ਸਿੰਘ ਸੰਧੂ ਹੋਣਾ ਨੇ ਉਹਦੀ ਵਾਈਫ ਸੀ, ਥੋੜਾ ਚਿਰ ਹੋਇਆ ਵਿਆਹ ਹੋਏ ਨੂੰ ਉਹਦੇ ਨੂੰ, ਉਹਦੀ ਵਾਈਫ ਦਾ ਨਾਮ ਐਮਐਲਏ ਨੇ ਕਾਂਗਰਸ ਦੇ, ਉਹਨਾਂ ਦੀ ਗੱਲ ਕਰਦੇ ਹੋ? ਨਹੀਂ, ਹਰਮਿੰਦਰ ਸਿੰਘ ਸੰਧੂ ਜਨਰਲ ਸੈਕਟਰੀ ਸੀ ਜੀ ਜੀ ਜੀ। ਉਹਦੀ ਵਾਈਫ ਥੋੜਾ ਚਿਰ ਹੋਇਆ ਵਿਆਹ ਹੋਏ ਨੂੰ, ਉਹਨੂੰ ਪਰਮਜੀਤ ਕੌਰ ਸ਼ਾਇਦ ਨਾਂ ਸੀ ਉਹਨਾਂ ਦਾ, ਤੇ ਇੱਕ ਬੀਬੀ ਉਪਕਾਰ ਕੌਰ ਜਿਹੜੀ ਹੈਗੀ ਸੀ ਇਹਦੀ ਗਰਲ ਵਿੰਗ ਦੀ ਪ੍ਰਧਾਨ ਸੀ। ਇਹਨਾਂ ਨੂੰ ਗਿੱਲ ਦੇ ਘਰੇ ਭੇਜ ਦਿੱਤਾ ਗਿਆ ਸੀ, ਹਰਮਿੰਦਰ ਗਿੱਲ ਦੇ, ਹੋਰ ਬੀਬੀਆਂ ਵੀ ਹੋਣਗੀਆਂ ਨਾਲ। ਜਦੋਂ ਮਿਲਟਰੀ ਨੇ ਸਰਚ ਆਪਰੇਸ਼ਨ ਕੀਤਾ ਵਾ, ਇਹਨਾਂ ਸ਼ਾਇਦ ਉੱਥੇ ਆਂਦੇ ਆ ਕਿ ਇਹਨਾਂ ਨੇ ਮਤਲਬ ਕਿ ਅੱਗੋਂ ਰਿਵਾਲਵਰ ਜਾਂ ਕੋਈ ਹੈਗਾ ਸੀ, ਇਹਨਾਂ ਕੋਈ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ, ਤੇ ਉੱਥੇ ਹੀ ਫੌਜ ਨੇ ਇਹ ਦੋਵਾਂ ਬੀਬੀਆਂ ਨੂੰ ਉੱਥੇ ਮਾਰਤਾ। ਮੈਂ ਪਹਿਲੇ ਭੁਲੇਖੇ ਕੱਢਣ ਦਾ ਜ਼ਿਕਰ ਕਰਦਾ ਪਿਆ ਵਾਂ ਵੀ ਜਿਹੜੇ ਭੁਲੇਖੇ ਪਏ ਹੋਏ ਨੇ ਉਹ ਨਿਕਲ ਗਏ। ਮੈਂ ਦੱਸਦਾ ਨਾ, ਉਹਨਾਂ ਨੂੰ ਭੁਲੇਖਾ ਹੋਰ ਪੈ ਗਿਆ। ਤੁਸੀਂ ਹੁਣ ਮੰਨ ਲਓ ਬੀਬੀ ਉਪਕਾਰ ਕੌਰ ਦੀ ਸ਼ਹੀਦੀ ਕਿੱਥੇ ਕਹਿ ਰਹੇ ਹੋ? ਹਰਮਿੰਦਰ ਸਿੰਘ ਗਿੱਲ ਦੇ ਘਰ। ਤੁਸੀਂ ਹਰਮਿੰਦਰ ਸਿੰਘ ਗਿੱਲ ਦੇ ਘਰ ਬੀਬੀ ਉਪਕਾਰ ਕੌਰ ਦੀ ਸ਼ਹੀਦੀ ਕਹਿ ਰਹੇ ਹੋ। ਬਹੁਤਾਤ ਕਹਿ ਰਹੇ ਨੇ ਕਿ ਬੀਬੀ ਨੇ ਉੱਪਰਲਾ ਮੋਰਚਾ ਸਾਂਭਿਆ ਹੋਇਆ ਸੀ। ਕਿੱਥੋਂ ਦਾ? ਜਿਹੜਾ ਸਭ ਤੋਂ ਉੱਪਰਲਾ ਟੈਂਕੀ ਵਾਲੇ ਮੋਰਚੇ ਤੇ ਬਿਰਸਾ ਸਿੰਘ ਵਲਟੋਆ ਸੀ। ਉਹ ਇੰਦਰਜੀਤ ਵੀ ਕਹਿੰਦਾ ਜਗਰਾਉਂ ਵਾਲਾ ਕਿ ਮੈਂ ਵੀ ਸਾਂ। ਫਿਰ
ਪਰ ਮਨਜੀਤ ਸਿੰਘ ਭੋਮਾ, ਇਹ ਕੁਝ ਇੱਕ ਅੱਧੇ ਹੋਰ ਬੰਦੇ ਹੋਣਗੇ ਕੋਈ, ਇਹ ਤੇ ਤੁਸੀਂ ਕਨਫਰਮ ਕਰ ਸਕਦੇ ਹੋ ਉਹਨਾਂ ਨੂੰ ਫੋਨ ਕਰਕੇ। ਮੈਂ ਉਸ ਮੋਰਚੇ 'ਚ ਨਹੀਂ ਸਾਂ। ਤੁਸੀਂ ਉਸ ਮੋਰਚੇ ਦੇ ਉੱਥੇ ਨਹੀਂ ਸੀ? ਨਹੀਂ, ਇਹ ਬੰਦੇ ਹੈਗੇ ਸੀ, ਉਹ ਕਹਿੰਦੇ ਕਿ ਅਸੀਂ ਟੈਂਕੀ ਵਾਲਾ ਮੋਰਚਾ ਛੱਡ ਕੇ ਸੀ। ਤੇ ਬੀਬੀਆਂ ਦਾ ਤੁਸੀਂ ਕਹਿ ਰਹੇ ਹੋ ਵੀ 3 ਥਾਂ ਤੇ ਵੇਰਵਾ ਹੁੰਦਾ ਆ? ਨਹੀਂ, ਉਹ ਬੀਬੀ ਤੇ ਉਹਨਾਂ ਦੇ ਦੱਸਦਾ 2 ਬੀਬੀਆਂ ਸ਼ਹੀਦ ਹੋ ਗਈਆਂ ਉੱਥੇ। ਹਾਂ, 2 ਦੂਜੇ ਭਾਈ ਅਮਰੀਕ ਸਿੰਘ ਦੀ ਬੀਬੀ ਸੀ, ਕੁਝ ਹੋਰ ਜਥੇ ਦੇ ਜਿਹੜੇ ਸਿੰਘ ਸਨ ਉਹਨਾਂ ਦੀਆਂ ਇਕੱਠੀਆਂ ਜਿਹੜੀਆਂ ਬੀਬੀਆਂ ਸੀ ਉਹ 40 ਨੰਬਰ ਕਮਰੇ 'ਚ, ਜਿਨ੍ਹਾਂ ਨੂੰ 5 ਤਰੀਕ ਨੂੰ ਸ਼ਾਮ ਨੂੰ ਉਤੋਂ ਭਾਈ ਮੋਹਕਮ ਸਿੰਘ ਸ਼ਾਇਦ ਨਾਲ ਉਹਨਾਂ ਦੇ ਨਿਕਲੇ ਨੇ ਤੇ ਉਹ ਬੀਬੀਆਂ ਉਹਨਾਂ ਦੇ ਨਾਲ ਗਈਆਂ। ਅੱਛਾ। ਤੇ ਤੁਸੀਂ ਇੱਕ ਵੀ ਗੱਲ ਕੀਤੀ ਬੀਬੀ ਪ੍ਰੀਤਮ ਕੌਰ ਦੀ। ਬੀਬੀ ਪ੍ਰੀਤਮ ਕੌਰ ਜਿਹੜੀ ਆ ਇਹ ਭਾਈ ਰਛਪਾਲ ਸਿੰਘ ਦੀ ਸਿੰਘਣੀ ਆ, ਜਿਹੜਾ ਸੰਤਾਂ ਦੇ ਪੀਏ ਸੀ। ਇਹਨਾਂ ਦਾ ਬੱਚਾ ਵੀ ਸ਼ਾਇਦ ਇੱਕ ਹੈਗਾ 18 ਦਿਨਾਂ ਦਾ ਉੱਥੇ। ਲੋਕ ਮੈਂ ਸੁਣਿਆ ਕਈ ਥਾਂ ਕਿ ਉਹ ਬੀਬੀ ਦੂਜੀਆਂ ਬੀਬੀਆਂ ਜਦੋਂ ਬਾਹਰ ਚਲੀਆਂ ਗਈਆਂ ਤੇ ਬੀਬੀ ਪ੍ਰੀਤਮ ਕੌਰ ਕਿਉਂ ਨਹੀਂ ਗਈ। ਇਹ ਬੀਬੀਆਂ ਇੱਕ ਤੇ ਹੋ ਗਿਆ ਗਿੱਲ ਦੇ ਘਰ ਵਾਲੀ ਬੀਬੀਆਂ ਦੀ ਗੱਲ। ਦੂਜੀ ਗੱਲਬਾਤ ਹੋ ਗਈ 40 ਨੰਬਰ ਕਮਰੇ ਦੀ, ਜੇ ਬ੍ਰਹਮ ਬੂਟੇ ਤੇ ਨਾਲ ਛਬੀਲ ਦੇ ਨੁੱਕਰ ਤੇ ਕਮਰਾ ਸੀ। ਜਦੋਂ ਘੰਟਾ ਘਰ ਤੋਂ ਲੈਫਟ ਸਾਈਡ ਕੋ ਪਰਿਕਰਮਾ ਕਰਦੇ ਜੇ ਨਾ, ਨੁੱਕਰ ਤੇ ਛਬੀਲ ਲਾਗੇ ਜਿਹੜਾ ਕਮਰਾ ਉਹ 40 ਨੰਬਰ ਸੀ, ਉਹ ਉੱਥੋਂ ਚਲੀਆਂ ਜਾਂਦੀਆਂ ਨੇ ਜੀ। ਬੀਬੀ ਪ੍ਰੀਤਮ ਕੌਰ ਜਿਹੜੀ ਆ ਇਹ ਜਿੱਥੇ ਕੜਾਹ ਪ੍ਰਸ਼ਾਦੀਆਂ ਪਰਚੀਆਂ ਕੱਟੀਆਂ ਜਾਂਦੀਆਂ ਨੇ, ਜਿੱਥੇ ਹੁਣ ਹਾਂ ਉਤੋਂ ਪਿੱਛੇ ਚਲ ਜਾਓ ਜਿੱਥੇ ਛਬੀਲ ਆ, ਉਹਦੇ ਉੱਪਰਲੇ ਕਮਰੇ 'ਚ ਉੱਥੇ ਘਰ ਹੈਗਾ ਵਾ ਆਪਣੇ ਜਹਦਰ ਬੇਦਾਂਤੀ ਦਾ ਘਰ ਸੀ। ਉੱਥੇ ਭਾਈ ਸਜਾਨ ਸਿੰਘ ਸੀ ਜਥੇ ਦੇ ਮੇਨ ਬੰਦੇ ਜੀ, ਤੇ ਫਿਰ ਇੱਕ ਸੀ ਆਪਣੇ ਰਛਪਾਲ ਸਿੰਘ। ਬੀਬੀ ਉਹਨਾਂ ਨਾਲ ਹੀ ਰਹੀ। ਅੱਛਾ। ਉਹ ਗਈ ਨਹੀਂ ਉਹ। ਤੇ ਉਹਨਾਂ ਦਾ ਬੇਟਾ ਵੀ ਉੱਥੇ ਸੀ। ਤੇ ਉੱਥੇ ਸਾਡੇ ਜਿਹੜੇ ਦੂਜੇ ਬੰਦੇ ਸੀ 6 ਬੰਦੇ ਪਹਿਲੋਂ ਉੱਤੇ ਲੜਾਈ ਲੜਦੇ ਰਹੇ ਜਿਸ ਤਰ੍ਹਾਂ ਵੀ ਉਹਨਾਂ ਕੋ, ਫਿਰ ਉਹ ਥੱਲੇ ਆ ਕੇ ਜਿੱਥੇ ਪਰਿਕਰਮਾ ਦੇ ਵਿੱਚ ਉਹ ਲੜਾਈ ਲੜੀ ਉਹਨਾਂ ਨੇ। 84 ਵੇਲੇ ਬੀਬੀ ਪ੍ਰੀਤਮ ਕੌਰ ਅੰਦਰ ਸੀ? ਹਾਂ, ਅੰਦਰ ਸੀ। ਪਰ ਬੀਬੀਆਂ ਨੇ ਲੜਾਈ ਨਹੀਂ ਲੜੀ? ਨਹੀਂ, ਮੈਂ ਵੇਖ ਨਹੀਂ ਰਿਹਾ ਲੜੀ ਕਿ ਨਹੀਂ ਲੜੀ, ਮਤਲਬ ਕਿ ਮੈਂ ਇਹ ਪੱਕਾ ਦਾਵਾ ਨਹੀਂ ਕਰ ਸਕਦਾ ਲੜੀ ਕਿ ਨਹੀਂ। ਤੇ ਬੀਬੀ ਉਪਕਾਰ ਕੌਰ ਦੀ ਸ਼ਹਾਦਤ ਹਰਮਿੰਦਰ ਸਿੰਘ ਗਿੱਲ ਦੇ ਘਰ ਹੋਈ। ਹਾਂ। ਇਸ ਤੋਂ ਬਿਨਾਂ ਹੋਰ ਬੀਬੀਆਂ ਦਾ ਵੇਰਵਾ? ਮਤਲਬ ਗੋਲੀ ਨਾ, ਮਿਲਟਰੀ ਦੀ ਗੋਲੀ ਨਾ ਹੋਈ ਦੋਵਾਂ ਜਣੀਆਂ ਦੀ, ਉੱਥੇ ਲੜਦਿਆਂ ਹੋਈ, ਕਿਤਨਾ ਹੋਈ ਇਹ ਕਨਫਰਮ ਨਹੀਂ ਕਰ ਸਕਦਾ ਮੈਂ ਉੱਥੇ ਥੋੜੀ ਸਾਂ। ਬੀਬੀ ਪ੍ਰੀਤਮ ਕੌਰ ਜਿਹੜੀ ਆ ਜਦੋਂ ਅਸੀਂ ਅਰੈਸਟ ਹੋਏ, ਕੌਰ ਦਾਵਾ ਕਰਦੇ ਵੀ ਮੇਰੇ ਗੋਲੀ ਵੱਜੀ ਛਾਤੀ 'ਚ। ਮੈਂ ਦਾਦਾ ਉਹਦੇ ਵੱਜੀ ਹੈ ਤਾਂ ਜਿੰਦੀ ਆ ਉਹ, ਉਹਦੇ ਕੋਲ ਪੁੱਛਿਆ ਜਾ ਸਕਦਾ। ਉਹਨਾਂ ਦਾ ਘਰ ਵਾਲਾ ਭਾਈ ਰਛਪਾਲ ਸਿੰਘ ਤੇ ਉਹਨਾਂ ਦਾ ਬੇਟਾ ਉਹ ਜ਼ਰੂਰ ਅੰਦਰ ਸ਼ਹੀਦ ਹੋਏ ਉੱਥੇ, ਕਿਉਂਕਿ ਉਸ ਕਮਰੇ ਦੇ ਵਿੱਚ ਜਿੱਥੇ ਸਾਡੇ ਸਿੰਘ ਸੀ, 2 ਸਿੰਘ ਸਾਡੇ ਸ਼ਹੀਦ ਹੋ ਗਏ ਸੀ, ਆਪਣਾ ਤਰਸੇਮ ਸਿੰਘ ਤੇ ਗੁਰਬਖਸ਼ ਸਿੰਘ। 4 ਸਿੰਘ ਜਿਹੜੇ ਸੀ ਉੱਥੋਂ ਜੀਵਤ ਆਏ, ਜੀਂਦੇ ਆਏ ਜਿਹੜੇ। ਉਹ ਪਹਿਲਾਂ ਉੱਤੇ ਲੜਦੇ ਰਹੇ, ਮੁੜ ਕੇ ਥੱਲੇ ਪਰਿਕਰਮਾ 'ਚ ਲੜਦੇ ਰਹੇ। ਉਹ ਪਰਿਕਰਮਾ ਤੋਂ ਬਾਅਦ ਸਵੇਰੇ ਦਿਨ ਚੜ ਗਿਆ, ਜਦੋਂ ਟੈਂਕ ਸਾਹਮਣੇ ਖਲੋਤੇ ਸੀ ਤੇ ਉਹ ਰੜੇ ਮੈਦਾਨ ਨਹੀਂ ਨਾ ਲੜ ਸਕਦੇ ਸੀ, ਉਹ ਇਹਨਾਂ ਦੇ ਕਮਰੇ 'ਚ ਸੀ ਜਿੱਥੇ ਭਾਈ ਰਛਪਾਲ ਸਿੰਘ ਦੀ ਲਾਸ਼ ਪਈ ਆ, ਉਹ ਛੋਟੇ ਭਚੰਗੀ ਦੀ ਪਈ ਸੀ ਜੀ। ਪਰ ਜਦੋਂ ਬੀਬੀ ਪ੍ਰੀਤਮ ਕੌਰ ਤੇ ਇਹਦੇ ਨਾਲ ਇੱਕ ਹੋਰ ਬੀਬੀ ਹੈਗੀ ਸੀ ਜਿਹਨੇ ਜੋਧਪੁਰ ਜੇਲ੍ਹ ਕੱਟੀ, ਬੀਬੀ ਇੰਦਰਜੀਤ ਕੌਰ, ਉਹ ਵਿਚਾਰੀ ਉਸ ਤਰ੍ਹਾਂ ਹੀ ਮੱਥਾ ਟੇਕਣ ਘਰੇਲੂ ਬੀਬੀ ਸੀ, ਲਾਗੂ ਚਾਗੂ ਆਈ ਹੋਣੀ ਹੈ ਕਿਤੇ, ਅੰਮ੍ਰਿਤਸਰ ਦੀ ਆ। ਇਹ ਦੋਵਾਂ ਨੂੰ ਮਿਲਟਰੀ ਜਦੋਂ ਲੈ ਕੇ ਆਈ ਆ, ਸਾਡੇ ਲਾਗੂ ਦੀ ਨਗਾਇਆ ਵਾ, ਉਦੋਂ 1 ਤਰੀਕ ਦੇ ਅੰਦਰ ਸੀ, ਇੰਨਾ ਗੋਲੀਬਾਰੀ ਹੋ ਰਹੀ ਸੀ, ਮਿੱਟੀ ਧੂੜ ਕੱਟਾ ਉੱਡਣ ਡਿਆ ਸੀ, ਸਰੋਵਰ ਦੇ ਪਾਣੀ ਤੇ ਵੀ ਬਿਲਕੁਲ ਐ ਲਾਲ ਕੇਰੀ ਜੰਮੀ ਹੋਈ ਸੀ ਜਿਸ ਤਰ੍ਹਾਂ ਉੱਤੇ ਕੱਟਾ ਉੱਡਣ ਡਿਆ ਸੀ। ਉਦੋਂ ਬੀਬੀ ਜਦੋਂ ਆਈ ਆ ਤੇ ਉਹਦੇ ਸਿਰ ਤੇ ਮਤਲਬ ਜਿਸ ਤਰ੍ਹਾਂ ਚੁੰਨੀ ਸਿਰ ਤੇ ਬੱਧੀ ਸੀ ਇਹਨੇ, ਤੇ ਮੁੜ ਕੇ ਨਾ ਜਿੱਦਾਂ ਸਰੀਰ ਭਿੱਜਾ ਤੇ ਬਲੱਡ ਜਿਹੜਾ ਸੀ ਉਹਦੇ ਮਤਲਬ ਜਿੱਦਾਂ ਦੇਖਦਾ ਹੈ ਕਿ ਉਹਦੇ ਛਾਤੀ ਤੇ ਸੀ ਲੱਗਾ ਸੀ ਬੀਬੀ ਪ੍ਰੀਤਮ ਕੌਰ ਦੇ। ਹਾਂ, ਉਹਦੇ ਗੋਲੀ ਲੱਗੀ ਨਹੀਂ ਲੱਗੀ ਇਹ ਮੈਂ ਨਹੀਂ ਕਹਿ ਸਕਦਾ, ਪਰ ਉਹਦਾ ਬੇਟਾ ਨਾਲ ਨਹੀਂ ਸੀ, ਨਾ ਉਹਦਾ ਘਰ ਵਾਲਾ ਨਾਲ ਸੀ। ਪਰ ਮੈਂ ਆਪਣੇ ਬੰਦਿਆਂ ਕੋਲ ਪੁੱਛਿਆ ਜਿਹੜੇ ਉਸ ਕਮਰੇ 'ਚ ਹੀ, ਉਹਨਾਂ ਕਿਹਾ ਕਿ ਉਹ ਦੋਵੇਂ ਸ਼ਹੀਦ ਹੋ ਗਏ। ਓਕੇ। ਮੈਨੂੰ ਇਹ ਸਵਾਲ ਘੜੀ ਘੜੀ ਕਿਉਂ ਪੁੱਛਿਆ ਜਾਂਦਾ ਕਿ ਉਹਦਾ ਬੇਟਾ ਕਿਹਦੇ ਕੁਛੜ 'ਚ ਸੀ ਅੰਦਰ, ਜਿਹੜਾ ਬੰਦਾ ਵੀ ਸ਼ਹੀਦ ਹੋ ਗਿਆ, ਗੋਲੀ ਵੱਜ ਗਈ। ਇੱਕ ਹੋਰ ਜਾਣਕਾਰੀ ਦਿਓ। ਇੱਕ ਵੇਰਵਾ ਪੈਂਦਾ ਹੈ ਕਿ 2 ਬੱਚੀਆਂ ਉਹ ਟੈਂਕ ਦੇ ਉੱਪਰ ਬੰਬ ਬੰਨ ਕੇ ਸੁੱਟੀਆਂ ਗਈਆਂ। ਉਹ ਸ਼ਹੀਦਾਂ ਦੇ ਲਾਗੇ ਆਪਣੇ ਅਮਰੀਕ ਸਿੰਘ ਜਾਂ ਕੀ ਨਾਂ ਸੀ ਉਹਨਾਂ ਦਾ ਕਨਫਰਮ ਨਹੀਂ, ਪੰਡਤ ਸੀ ਸ਼ਾਇਦ, ਸਿੰਘ ਸਜੇ ਸੀ। ਉਹ ਦੱਸਦੇ ਆ ਕਿ ਉਹ ਜਿਹੜੇ ਟੋਕਾ ਬੰਬ ਸੀ ਜਿਹੜੇ ਉਹਨਾਂ ਨਾਲ ਬੰਨ ਕੇ ਉਹਨਾਂ ਨੇ ਤਾਂ ਉਹਨੂੰ ਕੁੜੀ ਨੂੰ ਬੰਨ ਕੇ ਸੁੱਟਤਾ ਉੱਤੇ। ਉਹਦੇ ਬੰਬ ਉਸ ਤਰ੍ਹਾਂ ਸੁੱਟੋ ਜਾਂ ਕੁੜੀ ਨੂੰ ਸੁੱਟਦੇ, ਉਹਨਾਂ ਕੀ ਫਰਕ ਪੈਂਦਾ ਸੀ। ਤੇ ਉਹ ਮੈਂ ਸੁਣਿਆ ਪਰ ਮੈਂ ਅੱਖਾਂ ਨਾਲ ਨਹੀਂ ਵੇਖਿਆ। ਪਰ ਉਹ ਘਟਨਾ ਦੇ ਵਿੱਚ ਸੱਚਾਈ ਹੈ? ਹੋ ਸਕਦੀ ਆ ਕਿ ਉਹ ਸੋਚਦਾ ਕਿ ਮੈਂ ਵੀ ਸ਼ਹੀਦ ਹੋਣਾ ਵਾ ਤੇ ਮੇਰੀ ਬੱਚੀ ਬਾਅਦ 'ਚ ਕੀ ਹੋਊਗਾ ਉਹਦਾ, ਤਾਂ ਉਹਨੇ
ਸੁੱਟਤੀ ਹੋਏ। ਹੋਰ ਬੱਚੀ ਉਹ ਬੰਬ ਨਾ ਬੰਨ ਕੇ ਸੁੱਟਣ ਦਾ ਕੋਈ ਮਕਸਦ ਨਹੀਂ ਕਿ ਬੰਬ ਨਾਲ ਉਹ ਤਾਕਤ ਥੋੜੀ ਬੰਬ ਦੀ ਵੱਧ ਜਾਣੀ ਸੀ। ਨਾਲ ਟੈਂਕ ਨੂੰ ਉੱਤੋਂ ਬੰਬ ਸੁੱਟਣ ਨਾਲ ਉਹਦੇ ਨਾਲ ਕੀ ਫਰਕ ਪੈਂਦਾ। ਉਹ ਜਿਹਾ ਬੰਬ ਸਾਡੇ ਕੋਲ ਹੈ ਨਹੀਂ ਸੀ ਕਿ ਜਿਹਦਾ ਟੈਂਕ ਦਾ ਨੁਕਸਾਨ ਹੋ ਸਕੇ। ਟੈਂਕ ਮਾਈਨ ਨਾਲ ਉੱਡਦਾ ਵਾ। ਅੱਛਾ, ਮਾਈਨ ਉਹ ਤੇ ਕੱਚੇ ਥਾਂ ਜਦੋਂ ਹੋਊਗਾ ਤਾਂ ਉਹਦੇ ਥੱਲੇ ਫਿੱਟ ਕੀਤੀ ਜਾਊਗੀ, ਉਦਾਂ ਤਾਂ ਪਿੰਨ ਨਿਕਲੂਗੀ ਵੱਧ ਤੋਂ ਵੱਧ। ਹੋਰ ਟੈਂਕ ਦਾ ਥੋੜੀ ਉਹਨੂੰ ਖੁਰਕ ਵੀ ਨਹੀਂ ਹੁੰਦੀ ਟੈਂਕ ਨੂੰ, ਤੇ ਉਹਨੂੰ ਕਿਉਂ ਨਾ ਟੈਂਕ ਨੂੰ ਬੰਬ ਉੱਤੋਂ ਸੁੱਟਿਆ, ਗ੍ਰਨੇਡ ਸੁੱਟੋ, ਬੰਬ ਸੁੱਟੋ, ਗੋਲੀ ਚਲਾਓ ਟੈਂਕਾਂ ਨੂੰ। ਉਹ ਤਾਂ ਏਅਰ ਬਾਈ ਏਅਰ ਹੀ ਉੱਤੇ ਹਮਲੇ ਹੋਣ ਤੇ ਉਹ ਟੈਂਕ ਦਾ ਨੁਕਸਾਨ ਹੁੰਦਾ, ਗੋਲੀਆਂ ਗਾਲੀਆਂ ਨੂੰ ਥੋੜੀ ਕੋਈ ਫਰਕ ਪੈਂਦਾ। ਹਾਂ, ਜਿਸ ਤਰ੍ਹਾਂ ਉਹਨਾਂ ਆਰਸੀਐਲ ਉਹਨਾਂ ਕੋਲ ਜੀਵ ਦੇ ਉੱਤੇ ਗਨ ਸੀ, ਉਹਦਾ ਨੁਕਸਾਨ ਹੋਇਆ ਉਹਨਾਂ ਦਾ। ਫਿਰ ਉਹ ਬਖਤਰਬੰਦ ਗੱਡੀ ਲੈ ਕੇ ਆਏ, ਉਹ ਗੱਡੀ ਦੇ ਟਾਇਰ ਡਾ ਦਿੱਤੇ ਗਏ। ਫਿਰ ਉਸੇ ਵੇਲੇ ਫਿਰ ਉਹ ਟੈਂਕ ਲੈ ਕੇ ਆ ਗਏ। ਪ੍ਰਕਰਮਾਂ ਦੇ ਅੰਦਰ ਕਿਹੜੀ ਕਿਹੜੀ ਚੀਜ਼ ਅੰਦਰ ਗਈ ਹੈ? ਪ੍ਰਕਰਮਾਂ ਦੇ ਵਿੱਚ ਉਹ ਬਖਤਰਬੰਦ ਗੱਡੀ ਗਈ ਸਭ ਤੋਂ ਪਹਿਲੋਂ, ਉਹਦੇ ਟਾਇਰ ਡਾ ਦਿੱਤੇ ਗਏ, ਉਹ ਨਕਾਰਾ ਹੋ ਗਈ। ਫਿਰ ਟੈਂਕ 3 ਟੈਂਕ ਅੰਦਰ ਗਏ। 3 ਟੈਂਕ ਅੰਦਰ ਗਏ ਹੈ? ਅੰਦਰ ਗਏ ਆ ਪ੍ਰਕਰਮਾਂ ਦੇ ਵਿੱਚ। ਪ੍ਰਕਰਮਾਂ ਦੇ ਦਰਸ਼ ਆਪਣੇ ਜਿਹੜੀ ਆ ਲੰਗਰ ਵਾਲੀ ਡੋੜੀ ਥਣੀ ਲੰਘ ਕੇ। ਇੱਕ ਬਿਲਕੁਲ ਚਲਾ ਗਿਆ ਡੋੜੀ ਲਾ ਕੇ ਅੱਗੇ, ਇੱਕ ਥੋੜਾ ਉਤੋਂ ਪਿੱਛੇ ਹੀ, ਤੇ ਇੱਕ ਜਿੱਥੇ ਬਾਬੇ ਦੀਪ ਸਿੰਘ ਵਾਲੀ ਬਾਈ ਆ ਉੱਥੇ ਸੀ ਟੈਂਕ। 3 ਟੈਂਕ ਸੀ। ਉਸ ਤਰ੍ਹਾਂ ਟੈਂਕ ਜਿਹੜੇ ਗੁਰੂ ਰਾਮਦਾਸ ਸਰਾਂ ਦੇ ਲੰਗਰ ਦੇ ਵਿੱਚ ਜਿਹੜੀਆਂ ਜਗ੍ਹਾ ਨੇ, ਪਾਰਕਾਂ ਜਿਹੜੀਆਂ ਨੇ ਮੰਜੀ ਹਾਲ ਦੇ ਲਾਗੇ ਚਾਗੇ, ਟੋਟਲ 14 ਟੈਂਕ ਸੀ ਪ੍ਰਕਰਮਾਂ ਦੇ ਅੰਦਰ। ਪ੍ਰਕਰਮਾਂ ਚ ਅੰਦਰ ਨਹੀਂ, ਪ੍ਰਕਰਮਾਂ ਇੰਜ ਕਰੀਏ ਕੰਪਲੈਕਸ ਦੇ ਅੰਦਰ, ਮਤਲਬ ਖਾਲੀ ਗੁਰੂ ਰਾਮਦਾਸ ਸਰਾਂ, ਗੁਰੂ ਅਰਜਨ ਦੇਵ ਸਰਾਂ ਤੋਂ ਗੁਰੂ ਰਾਮਦਾਸ ਸਰਾਂ, ਗੁਰੂ ਨਾਨਕ ਨਿਵਾਸ, ਇਹ ਜਿਹੜਾ ਮੰਜੀ ਹਾਲ ਲੰਗਰ ਦੇ ਵਿੱਚ 14 ਟੈਂਕ ਸਨ। ਜਦੋਂ ਅਸੀਂ ਲੰਗਰ ਤੋਂ ਇਹ ਗਿਣੇ ਬਕਾਇਦਾ ਕਿ 14 ਟੈਂਕ ਨੇ। ਇਹ ਤੋਂ ਬਾਹਰ ਦੂਜੇ ਪਾਸੇ ਘੰਟਾ ਘਰ ਵਾਲੇ ਪਾਸੇ ਹੋਰ ਕਿੰਨੇ ਕੀ ਹੋਊਗਾ ਉਹਨਾਂ ਬਾਰੇ ਸਾਨੂੰ ਕੋਈ ਨੌਲੇਜ ਨਹੀਂ। ਇਹ ਮਾਹੌਲ ਸੀ ਉਸ ਵੇਲੇ ਦਾ। ਜੀ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹਾਂ ਸਰਦਾਰ ਸਾਹਿਬ। ਫਿਰ ਵੀ ਤੁਸੀਂ ਕਾਫੀ ਭੁਲੇਖੇ ਕੱਢਣ ਦਾ ਯਤਨ ਕੀਤਾ। ਸੋ ਦਰਸ਼ਕੋ, ਇਹ ਸੀ ਬਾਬਾ ਭਗਵਾਨ ਸਿੰਘ ਕਾਰ ਸੇਵਾ ਵਾਲੇ। ਜਦੋਂ ਅਸੀਂ 84 ਦੀ ਗੱਲ ਕਰਦੇ ਹਾਂ ਤੇ ਬੜਾ ਕੁਝ ਮੈਂ ਕਈ ਵਾਰੀ ਸੋਚਦਾ ਹੁੰਨਾ ਵਾਂ, ਇਕੱਲਾ ਬੈਠਾ, ਵੀ 84 ਬਹੁਤ ਲੰਮੀਆਂ ਗੱਲਾਂ ਨਹੀਂ ਹੈ। ਕੀ ਹੋਇਆ 36-37 ਸਾਲ ਪੁਰਾਣੀਆਂ ਗੱਲਾਂ, ਉਹਦੇ ਵਿੱਚ ਕਾਫੀ ਚੀਜ਼ਾਂ ਦੁਬਿਧਾਪੂਰਨ ਆ ਗਈਆਂ। ਤੇ ਇਤਿਹਾਸ ਕਿੰਨੇ ਸੌ ਸਾਲ ਪੁਰਾਣਾ ਆ, ਉਹਦੇ ਵਿੱਚ ਕਾਫੀ ਗੱਲਾਂ ਜਿਹੜੀਆਂ ਨੇ ਅੱਜ ਦੇ ਸਮੇਂ ਦੇ ਵਿੱਚ, ਅੱਜ ਦੇ ਨੁਕਤਾ ਨਿਗਾਹ ਤੋਂ ਮਾਪਣੀਆਂ ਔਖੀਆਂ ਹੋ ਸਕਦੀਆਂ ਨੇ। ਸੋ ਫਿਰ ਵੀ ਯਤਨ ਕਰਦਾ ਹੁੰਨਾ ਵੀ ਕੋਈ ਐਸੀ ਸ਼ਖਸੀਅਤ ਨੂੰ ਲੈ ਕੇ ਆਵਾਂ ਜਿਹੜੀ ਸਾਡੀ ਇਸ ਤਰੀਕੇ ਦੇ ਭੁਲੇਖੇ ਕੱਢਣ ਦੇ ਵਿੱਚ ਕਾਮਯਾਬ ਹੋ ਸਕੇ। ਬੜੀ ਛੇਤੀ ਤੁਹਾਡੀ ਸੇਵਾ ਦੇ ਵਿੱਚ ਆਵਾਂਗਾ ਕਿਸੇ ਹੋਰ ਸ਼ਖਸੀਅਤ ਦੇ ਨਾਲ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।